मन ਦੇ ਵਿੱਚ ਉਦੋਂ ਹੀ ਸੀ ਕਿ ਮੈਂ ਸਰਪੰਚ ਬਣ ਕੇ ਇੱਕ ਜਿਹੜੀ ਸਰਪੰਚੀ ਦਾ ਜਿਹੜਾ ਗ੍ਰਾਫ ਡਿੱਗਿਆ ਵਾ ਆਮ ਹੀ ਗੀਤਾਂ ਦੇ ਵਿੱਚ ਇਹ ਗੀਤ ਗਾਏ ਜਾਂਦੇ ਆ ਕਿ ਲੈ ਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ। ਸਰਪੰਚਾਂ ਨੂੰ ਪੈਸੇ ਖਾਣ ਵਾਲੇ ਇੱਕ ਬੰਦੇ ਸਮਝਿਆ ਜਾਂਦਾ ਕਿ ਯਾਰ ਤਾਂ ਪੈਸੇ ਖਾਣ ਵਾਲੇ ਹੁੰਦੇ ਆ, ਕੋਈ ਸਰਪੰਚ ਬਣਦਾ ਇਕੱਲੇ ਪੈਸੇ ਹੀ ਖਾਂਦਾ ਇਹ। ਕਿਉਂਕਿ ਸਾਡਾ ਅਕਸ਼ ਅੱਜ ਪੰਜਾਬ ਦੇ ਵਿੱਚ ਸਰਪੰਚਾਂ ਦਾ ਇਹੋ ਜਿਹਾ ਬਣ ਗਿਆ, ਕਿਉਂਕਿ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੋ ਸਕਦਾ ਕਿ ਸਰਪੰਚਾਂ ਨੇ ਉਹਦੀ ਭੂਮਿਕਾ ਵਧੀਆ ਢੰਗ ਨਾਲ ਨਾ ਨਿਭਾਈ ਹੋਵੇ। बड़ा करना पड़ता है खून पसीना अपना, बड़ा करना पड़ता है खून पसीना अपना, जे किस्मत जूं ही थोड़ा चुमक जाती है। बड़ा खून पसीना करना पैंदा, ਅਸੀਂ खून पसीना ਕੀਤਾ ਜਿਹਦੇ ਕਰਕੇ ਅੱਜ ਰਣਸੀਂਹ ਕਲਾਂ ਦਾ ਨਾਮ ਅੱਜ ਪੂਰੀ ਦੁਨੀਆ ਦੇ ਵਿੱਚ ਸਤਿਕਾਰਿਆ ਜਾਂਦਾ। ਕਿਸਾਨਾਂ ਲਈ ਇਹ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਜੇਕਰ ਕੋਈ ਪਰਾਲੀ ਸਾੜੇਗਾ ਉਹਨੂੰ ਕਰੋੜਾਂ ਰੁਪਏ ਜੁਰਮਾਨਾ ਹੋਵੇਗਾ, ਨਾਲ ਦੀ ਨਾਲ ਜਿਹੜੀ ਸਜ਼ਾ ਹੋਵੇਗੀ। ਮੈਨੂੰ ਇਸ ਗੱਲ ਦਾ ਦੁੱਖ ਹੋਇਆ ਜਦੋਂ ਮੈਂ ਖਬਰ ਪੜ੍ਹੀ, ਕਿਉਂਕਿ ਇਹਦਾ ਮਤਲਬ ਦਿੱਲੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹੀ ਬੰਦੇ ਥੋੜਾ ਪੰਜਾਬ ਦੇ ਵਿੱਚ ਵੀ ਲੋਕ ਰਹਿੰਦੇ ਆ, ਕਿਉਂਕਿ ਕਿਸਾਨ ਆ ਬਹੁਤ ਮਜਬੂਰ ਹੋ ਕੇ ਆਪਣੀ ਧਰਤੀ ਮਾਂ ਨੂੰ ਜਾਣੀ ਅੱਗ ਲਾਉਂਦਾ, ਕਿਉਂਕਿ ਉਹਦਾ ਦਿਲ ਨਹੀਂ ਹੁੰਦਾ ਕਿ ਆਪਣੀ ਆਪਦੇ ਹੱਥੀਂ ਆਪਦੀ ਮਾਂ ਨੂੰ ਅੱਗ ਲਾਵੇ। ਔਰ ਕਿਸਾਨਾਂ ਦਾ ਇਕੱਠ ਕਰਕੇ ਇੱਕ ਉਹਨਾਂ ਨੂੰ 5 ਲੱਖ ਰੁਪਏ ਦੇ ਅਸੀਂ ਗ੍ਰਾਮ ਪੰਚਾਇਤ ਵੱਲੋਂ 5 ਲੱਖ ਦੇ ਸੰਦ ਲਿਆਂਦੇ ਗਏ ਸੀਗੇ, ਜਿਹੜੀ ਮਸ਼ੀਨਰੀ ਲਿਆਂਦੀ ਸੀ ਕਿ ਜਿਹੜੀ ਪਰਾਲੀ ਨੂੰ ਵਿੱਚ ਹੀ ਜ਼ਮੀਨ ਦੇ ਰਲਾ ਦਿੰਦੀ ਤੇ ਕਣਕ ਦੀ ਸਿੱਧੀ ਬਿਜਾਈ ਕਰ ਦਿੰਦੀ ਤੇ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ। ਔਰ ਅਸੀਂ ਕਿਸਾਨਾਂ ਨੂੰ ਆਖਿਆ ਕਿ ਤੁਸੀਂ ਸੰਦ ਲੈ ਜਾਓ ਸਾਡੇ ਫ੍ਰੀ ਵਰਤੋ, ਤੁਸੀਂ ਅੱਗ ਨਾ ਲਾਓ। ਔਰ ਜਿਹਦੇ ਕੋਲੇ ਟਰੈਕਟਰ ਹਾਣੀ ਉਹ ਟਰੈਕਟਰ ਭਾਈ ਮੇਰਾ ਲੈ ਜੇ ਘਰੋਂ ਆ ਕੇ ਤੇ ਤੇਲ ਪਾ ਕੇ ਆਪਦੀ ਜਾਣੀ ਕਣਕ ਦੀ ਬਿਜਾਈ ਕਰ ਲੈ, ਪਰ ਅੱਗ ਨਾ ਲਾਇਓ। ਔਰ ਪੰਜਾਬ ਦੇ ਸਾਰੇ ਅਖਬਾਰਾਂ ਨੇ ਉਹ ਚਰਚਾ ਕੀਤੀ ਕਿ ਰਣਸੀਂਹ ਕਲਾਂ ਇੱਕ ਪੰਜਾਬ ਦਾ ਪਹਿਲਾ ਪਿੰਡ ਬਣਿਆ ਜਿੱਥੇ ਅੱਗ ਨਹੀਂ ਲਾਈ ਗਈ। ਔਰ ਉਸ ਤੋਂ ਬਾਅਦ ਸਰਕਾਰ ਨੇ ਸਕੀਮ ਚਲਾਈ ਕਿ ਜਿਹੜੇ ਕਿਸਾਨਾਂ ਨੇ ਅੱਗ ਨਹੀਂ ਲਾਈ ਪਰਾਲੀ ਵਾਲਿਆਂ ਨੂੰ 5 ਏਕੜ ਵਾਲਿਆਂ ਨੇ ਤੇ 5 ਏਕੜ ਜਾਂ 5 ਏਕੜ ਤੋਂ ਘੱਟ ਵਾਲਿਆਂ ਨੂੰ 1000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਅਸੀਂ ਮਾਜਵਾ ਦੇਵਾਂਗੇ, ਮਦਦ ਕਰਾਂਗੇ। ਪਰ ਉਹ ਸਾਰੇ ਵਾਅਦੇ ਹੀ ਰਹਿ ਗਏ, ਵਫਾ ਨਾ ਹੋਏ। 1 ਰੁਪਈਆ ਸਾਡੇ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਇਆ। ਅਸੀਂ ਸਕੀਮ ਸ਼ੁਰੂ ਕੀਤੀ ਕਿ ਜਿਹੜੇ ਛੋਟੇ ਕਿਸਾਨ ਆ, ਸੀਮਤ ਕਿਸਾਨ ਆ, ਉਹ ਜੇ ਪਰਾਲੀ ਨਹੀਂ ਜਲਾਉਣਗੇ ਅਸੀਂ ਉਹਨਾਂ ਨੂੰ 500 ਰੁਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਵਾਂਗੇ। ਇਹ ਸਭ ਤੋਂ ਵੱਡੀ ਜਿਹੜੀ ਸਾਡੀ ਮੁਹਿੰਮ ਸੀ, ਸਰਕਾਰਾਂ ਨਹੀਂ ਦੇ ਰਹੀਆਂ, ਇੱਕ ਰਣਸੀਂਹ ਕਲਾਂ ਪਿੰਡ ਹੋ ਕੇ ਇਹ ਸਕੀਮਾਂ ਜਿਹੜੀਆਂ ਲਾਂਚ ਕਰ ਰਿਹਾ, ਜਿਹੜੀ ਮੈਂ ਸਮਝਦਾ ਕਿ ਸਭ ਤੋਂ ਵੱਡੀ ਗੱਲ ਆ ਰਣਸੀਂਹ ਕਲਾਂ ਦੀ। ਪਰ ਸਰਕਾਰਾਂ ਇਹ ਬਦਲ ਕਿਉਂ ਨਹੀਂ ਲੱਭ ਪਾਉਂਦੀਆਂ? ਅਸਲ ਸਰਕਾਰਾਂ ਜੀ ਕੁਝ ਕਰਨਾ ਹੀ ਨਹੀਂ ਚਾਹੁੰਦੀਆਂ। ਕਿਸਾਨ ਆਪਦੇ ਖੇਤ ਦੇ ਵਿੱਚ ਜਾਂਦਾ, ਆਪਦਾ ਹਲ ਪਾਉਂਦਾ, ਸਭ ਤੋਂ ਪਹਿਲਾਂ ਧਰਤੀ ਮਾਂ ਨੂੰ ਮੱਥਾ ਟੇਕਦਾ ਤੇ ਮਿੱਟੀ ਚੱਕ ਕੇ ਉਹਦੇ ਮੱਥੇ ਨੂੰ ਲਾਉਂਦਾ, ਕਿਉਂਕਿ ਉਹਦੀ ਉਹ ਕਿਸਮਤ ਆ ਉਹ ਮਿੱਟੀ। ਇਸ ਕਰਕੇ ਕਿਸਾਨਾਂ ਦੀ ਮਜਬੂਰੀ ਆ। ਸਰਕਾਰਾਂ ਇਕੱਲੇ ਕਾਨੂੰਨ ਬਣਾ ਰਹੀਆਂ, ਇਕੱਲੇ ਇਹੋ ਜਿਹੇ ਜੁਰਮਾਨੇ ਲਾ ਰਹੀਆਂ ਕਿ ਉਹਨਾਂ ਨੂੰ ਡਰਾ ਕੇ ਕਿਸਾਨਾਂ ਦਾ ਹੱਲ ਕਰਾਂਗੇ। ਪਰ ਜਦੋਂ ਪਰਜਾ ਦਾ ਹਕੂਮਤ ਦੇ ਵਿੱਚੋਂ ਵਿਸ਼ਵਾਸ ਟੁੱਟ ਜੇ, ਉਹ ਪਰਜਾ ਵੀ ਖਤਮ, ਉਹ ਹਕੂਮਤ ਵੀ ਖਤਮ। ਅੱਜ ਇਹੀ ਕਾਰਨ ਆ ਸਾਡੀ ਪੰਜਾਬ ਸਰਕਾਰ, ਉਹ ਸੈਂਟਰ ਸਰਕਾਰ ਹੋਵੇ, ਸਾਡੀ ਪਰਜਾ ਦਾ, ਸਾਡੇ ਸਮਾਜ ਦੇ ਲੋਕਾਂ ਦਾ, ਸਾਡੇ ਕਿਸਾਨਾਂ ਦਾ ਅੱਜ ਹਕੂਮਤ ਵਿੱਚੋਂ ਵਿਸ਼ਵਾਸ ਖਤਮ ਹੋ ਰਿਹਾ, ਜਿਹੜਾ ਸਭ ਤੋਂ ਖਤਰਨਾਕ ਗੱਲ ਕਿ ਵਾਕਈ ਹੀ ਇਹ ਕਾਨੂੰਨ ਹੁਣ ਜਿੱਦਾਂ ਲਾਗੂ ਹੋ ਚੁੱਕੇ ਨੇ ਕਿ ਵਾਕਈ ਹੀ ਕਿਸਾਨਾਂ ਦੀ ਬਹੁਤ ਵੱਡੀ ਹਾਨੀ ਹੋਵੇਗੀ। ਪੰਜਾਬੀ ਦੇ ਇਨਕਲਾਬੀ ਕਵੀ ਹੋਏ ਨੇ ਪਾਸ, ਤੇ ਉਹ ਆਖਦੇ ਨੇ ਕਿ ਕਿਸੇ ਕਿਰਤ ਕਰਨ ਵਾਲੇ ਦੀ ਲੁੱਟ ਤੇ ਪੁਲਿਸ ਦੀ ਕੁੱਟ ਖਤਰਨਾਕ ਨਹੀਂ ਹੁੰਦੀ, ਸਭ ਤੋਂ ਖਤਰਨਾਕ ਹੁੰਦਾ ਪਾਸ ਸਾਡੇ ਸੁਪਨਿਆਂ ਦਾ ਮਰ ਜਾਣਾ। ਅੱਜ ਕਿਸਾਨ ਆਪਣੇ ਸੁਪਨਿਆਂ ਨੂੰ ਮਰਿਆ ਹੋਇਆ ਦੇਖ ਰਹੇ ਆ। ਉਹ ਇਸ ਖੇਤੀ ਆਰਡੀਨੈਂਸ ਬਿੱਲਾਂ ਦੇ ਵਿੱਚੋਂ ਆਪਣੇ ਜਿਹੜੇ ਸੁਪਨੇ ਸਜਾਏ ਸੀ ਉਹ ਟੁੱਟਦੇ ਨਜ਼ਰ ਆਉਂਦੇ ਆ ਉਹਨਾਂ ਨੂੰ, ਉਹਦੇ ਕਰਕੇ ਉਹ ਵਿਰੋਧ ਅੱਜ ਕਰ ਰਹੇ ਆ। ਜਿਨ੍ਹਾਂ ਫਸਲਾਂ ਤੇ MSP ਹੈ ਉਹ ਫਸਲਾਂ ਤਾਂ ਵਿਕਦੀਆਂ, ਜਿਨ੍ਹਾਂ ਤੇ MSP ਹੈ ਨਹੀਂ, ਸਾਡੀਆਂ ਦਾਲਾਂ ਤੇ ਆ, ਹੋਰ ਸਬਜ਼ੀਆਂ ਤੇ ਆ, ਉਹਨਾਂ ਦਾ ਤੁਸੀਂ ਹਾਲ ਦੇਖੋ ਕੀ ਹੁੰਦਾ। ਜਦੋਂ ਆਲੂ ਤੇ MSP ਹੈ ਨਹੀਂ, ਜਦੋਂ ਵਪਾਰੀ ਆਪਦੀ ਮਰਜ਼ੀ ਨਾਲ ਲੈਂਦਾ, ਜਦੋਂ ਲੋੜ ਹੁੰਦੀ ਉਦੋਂ ਲੈ ਲੈਂਦਾ, ਮਹਿੰਗਾ ਲੈ ਲੈਂਦਾ, ਜਦੋਂ ਲੋੜ ਨਹੀਂ ਹੁੰਦੀ ਸਾਨੂੰ ਸਿੱਟਣਾ ਪੈਂਦਾ। ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਅਸੀਂ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰਾ ਵਿਕਾਸ ਕਾਰਜ ਕਰਵਾਇਆ, ਇਹਦੇ ਵਿੱਚ ਸਰਕਾਰ ਦਾ ਕਿੰਨਾ ਕੁ ਸਹਿਯੋਗ ਰਿਹਾ ਤੁਹਾਨੂੰ? ਉਹਨਾਂ ਨੇ ਮੈਨੂੰ ਹੁਣ ਤੱਕ ਮੇਰੇ ਪਿੰਡ ਨੂੰ ਸਿਰਫ 20% ਹੀ ਜਿਹੜੀ ਯੋਗਦਾਨ ਸਾਨੂੰ ਮਦਦ ਹੁਣ ਤੱਕ ਦੇ ਵਿਕਾਸ ਕਾਰਜਾਂ ਵਿੱਚ ਮਿਲੀ ਆ, ਔਰ 80% ਜਿਹੜਾ ਯੋਗਦਾਨ ਆ ਮੇਰੇ ਪਿੰਡ ਦੇ ਰੱਬ ਵਰਗੇ ਲੋਕਾਂ ਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ।
ਅੱਜ ਅਸੀਂ ਪਹੁੰਚੇ ਹੋਏ ਹਾਂ ਮੋਗਾ ਦੇ ਪਿੰਡ ਰਣਸੀ ਕਲਾਂ ਵਿਖੇ। ਰਣਸੀ ਕਲਾਂ ਉਹ ਪਿੰਡ ਹੈ, ਜਦੋਂ ਵੀ ਅਸੀਂ ਆਪਣੀ ਜ਼ੁਬਾਨ ਤੇ ਇਸ ਪਿੰਡ ਦਾ ਨਾਮ ਲੈਂਦੇ ਹਾਂ ਤਾਂ ਸਾਡੇ ਜ਼ਿਹਨ ਦੇ ਵਿੱਚ ਇੱਥੋਂ ਦੇ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਦਾ ਨਾਮ ਆਪ ਮੁਹਾਰਿਆ ਜਾਂਦਾ ਹੈ। ਮਿੰਟੂ ਉਹ ਸਰਪੰਚ ਹੈ ਜਿਸ ਨੇ ਸਰਪੰਚੀ ਦੇ ਕਿਰਦਾਰ ਨੂੰ ਵੀ ਬਹੁਤ ਉੱਚਾ ਕੀਤਾ ਹੈ ਤੇ ਆਪਣੇ ਪਿੰਡ ਦਾ ਨਾਮ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਚਮਕਾਇਆ। ਬਿਲਕੁਲ ਜੀ, ਇਸ ਪਿੰਡ ਨੂੰ 2 ਅਵਾਰਡ ਵੀ ਮਿਲ ਚੁੱਕੇ ਨੇ। ਜਿੱਥੇ ਅੱਜ ਸਰਕਾਰਾਂ ਕਿਸਾਨਾਂ ਦੇ ਘਰ ਜਿਹੜੇ ਸਾਹ ਸੂਤੇ ਹੋਏ ਨੇ, ਵੱਡੇ ਵੱਡੇ ਜਿਹੜੇ ਬਿੱਲ ਪਾਸ ਕਰਤੇ ਗਏ ਨੇ, ਕਾਨੂੰਨ ਬਣਾ ਦਿੱਤੇ ਗਏ ਨੇ, ਉੱਥੇ ਅੱਜ ਫਿਰ ਮਿੰਟੂ ਇੱਕ ਵੱਡੀ ਮਿਸਾਲ ਬਣ ਕੇ ਉਭਰਿਆ ਹੋਇਆ ਹੈ। ਜਿੱਥੇ ਕਿਸਾਨ ਅੱਜ ਸਰਕਾਰਾਂ ਦੇ ਨੀਤੀਆਂ ਤੋਂ ਪਰੇਸ਼ਾਨ ਨੇ, ਉੱਥੇ ਅੱਜ ਮਿੰਟੂ ਨੇ ਇੱਕ ਵਾਰ ਫਿਰ ਤੋਂ ਸਰਕਾਰ ਦੀ ਮੜਕ ਨੂੰ ਭੰਨਿਆ। ਬਿਲਕੁਲ ਜੀ, ਢੇਰ ਸਾਰੀਆਂ ਗੱਲਾਂ ਬਾਤਾਂ ਅਸੀਂ ਉਹਨਾਂ ਦੇ ਨਾਲ ਕਰਾਂਗੇ। ਕੀ ਨਵੀਆਂ ਸਕੀਮਾਂ ਲੈ ਕੇ ਆਏ ਨੇ ਇੱਥੋਂ ਦੇ ਸਰਪੰਚ, ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਡੇਲੀ ਪੋਸਟ ਪੰਜਾਬੀ ਤੇ ਸਵਾਗਤ ਕਰਾਂਗੇ। ਸੋ ਬਿਲਕੁਲ ਜੀ ਮਿੰਟੂ ਜੀ, ਬਹੁਤ ਬਹੁਤ ਸਵਾਗਤ ਹੈ ਤੇ ਸਤਿ ਸ਼੍ਰੀ ਅਕਾਲ ਜੀ। सत श्री अकाल जी। दरबारे वतन से जब एक दिन सब जाने वाले जाएंगे, कुछ अपनी सज़ा को पहुँचेंगे, कुछ अपनी जजा ले जाएंगे। ए खाक नसीनो उठ बैठो, ए खाक नसीनो उठ बैठो, ओ वक्त करीब आ पहुँचा जब ताज उछाले जाएंगे, जो तख्त गिराए जाएंगे। काटते भी चलो, बाढ़ते भी चलो, सर भी बहुत है, बाजू भी बहुत है, चलते भी चलो, अब डेरे मंजिल पर डाले जाएंगे। ए खाक नसीनो उठ बैठो, ਉਹ ਵਕਤ ਕਰੀਬ ਆ ਪਹੁੰਚਾ। ਉਹਨਾਂ ਮਿੱਟੀ ਦੇ ਵਾਰਸਾਂ ਨੂੰ, ਮਿੱਟੀ ਦੇ ਪੁੱਤ ਕਿਸਾਨਾਂ ਨੂੰ ਮੈਂ ਸਭ ਤੋਂ ਪਹਿਲਾਂ ਸਲਾਮ ਕਰਦਾ ਔਰ ਡੇਲੀ ਪੋਸਟ ਪੰਜਾਬੀ ਦਾ ਮੈਂ ਤਹਿ ਦਿਲੋਂ ਮਸ਼ਕੂਰ ਹਾਂ ਕਿ ਅੱਜ ਮੇਰੇ ਪਿੰਡ ਰਣਸੀਂਹ ਕਲਾਂ ਵਿੱਚ, ਪਿੰਡ ਰਣਸੀਂਹ ਕਲਾਂ ਦੇ ਜਿਹੜੀ ਵਿਕਾਸ ਦੀਆਂ ਝਾਂਜਰਾਂ ਦਾ ਛਣਕਾਰਾ ਆਪਣੇ ਟੈਲੀਵਿਜ਼ਨ ਉੱਪਰ ਸੁਣਾਉਣ ਲਈ ਔਰ ਦਿਖਾਉਣ ਲਈ ਆਏ ਹਾਂ। ਮੈਂ ਸਾਰੀ ਡੇਲੀ ਪੋਸਟ ਪੰਜਾਬੀ ਟੀਵੀ ਦਾ ਤਹਿ ਦਿਲੋਂ ਮਸ਼ਕੂਰ ਹਾਂ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਹੀ ਖੂਬਸੂਰਤ। ਦੇਖੋ, ਜਦੋਂ ਇੱਕ ਸਰਪੰਚ ਦਾ ਨਾਮ ਆਉਂਦਾ ਤਾਂ ਅਸੀਂ ਸਾਡੇ ਜ਼ਿਹਨ 'ਚ ਆਉਂਦਾ ਹੈ ਕਿ ਨਹੀਂ, ਸਰਪੰਚ ਪਿੰਡ ਦਾ ਵਿਕਾਸ ਕਾਰਜ ਨਹੀਂ ਕਰਵਾਉਂਦੇ, ਗ੍ਰਾਂਟਾਂ ਖਾ ਜਾਂਦੇ ਨੇ। ਪਰ ਜਦੋਂ ਵੀ ਅਸੀਂ ਰਣਸੀ ਕਲਾਂ ਪਹੁੰਚਦੇ ਹਾਂ, ਅਸੀਂ ਮਿੰਟੂ, ਮੈਨੂੰ ਲੱਗਦਾ ਕਿ ਅਸੀਂ ਬਹੁਤ ਵਾਰ ਤੁਹਾਨੂੰ ਮਿਲ ਚੁੱਕੇ ਹਾਂ। ਜਦੋਂ ਵੀ ਬਹੁਤ ਸਾਰੇ ਤੁਸੀਂ ਵਿਕਾਸ ਕਾਰਜ ਕਰਵਾਉਂਦੇ ਹੋ ਤਾਂ ਹਮੇਸ਼ਾ ਅਸੀਂ ਪਹੁੰਚ ਕੇ ਲੋਕਾਂ ਨੂੰ ਦਿਖਾਉਂਦੇ ਕਿ ਵਾਕਈ ਇਸ ਪਿੰਡ ਦੀ ਨੁਹਾਰ ਇਸ ਸਰਪੰਚ ਨੇ ਬਦਲੀ। ਪਹਿਲਾਂ ਸਰਪੰਚ ਦੀ ਗੱਲ ਕਰਦੇ ਹਾਂ ਕਿ ਨੈਤਿਕ ਜ਼ਿੰਮੇਵਾਰੀਆਂ ਜੋ ਹੁੰਦੀਆਂ ਨੇ, ਸਰਪੰਚ ਉਹ ਕਿਉਂ ਨਹੀਂ ਨਿਭਾ ਪਾਉਂਦੇ? ਅਸਲ ਜੀ ਜਿਹੜੇ ਲੋਕਤੰਤਰ ਦਾ ਪਹਿਲਾ ਪੜਾਅ ਸਰਪੰਚੀ ਔਰ ਪੰਚੀਆਂ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ, ਔਰ ਮੈਂ ਸਮਝਦਾ ਕਿ ਲੋਕਤੰਤਰ ਦਾ ਮੋਢੀ ਜਿਹੜੀਆਂ ਪੰਚਾਇਤਾਂ ਬਣਦੀਆਂ ਔਰ ਦੇਸ਼ ਦੇ ਜਿਹੜੇ ਮਹਾਨ ਸਾਡੇ ਦੇਸ਼ ਦੇ ਨੇਤਾ ਹੋਏ ਨੇ, ਉਹਨਾਂ ਨੇ ਕਿਸੇ ਟਾਈਮ ਆਖਿਆ ਸੀ ਕਿ ਜੇ ਪਿੰਡਾਂ ਦੀ ਦੇਸ਼ ਦੀ ਰੂਹ ਵੱਸਦੀ ਹੈ ਤਾਂ ਪਿੰਡਾਂ 'ਚ ਵੱਸਦੀ ਹੈ। ਅਤੇ ਉਹ ਵਾਕਈ ਪਿੰਡਾਂ ਦੇ ਲੋਕ ਹੀ ਸਾਡੇ ਦੇਸ਼ ਦੀ ਹਰੇਕ ਕ੍ਰਾਂਤੀ ਦੇ ਵਿੱਚ ਇਹਨਾਂ ਨੇ ਮੁੱਢ ਬੰਨ੍ਹਿਆ ਔਰ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਸਭ ਤੋਂ ਪਹਿਲਾਂ ਇਹਨਾਂ ਨੇ, ਪੰਜਾਬ ਦੇ ਲੋਕਾਂ ਨੇ, ਪੇਂਡੂ ਲੋਕਾਂ ਨੇ ਯੋਗਦਾਨ ਜ਼ਿਆਦਾ ਅਦਾ ਕੀਤਾ। ਔਰ ਸਰਪੰਚੀ ਦੀ ਚੋਣ ਇੱਕ ਬੜੀ ਮਹੱਤਵਪੂਰਨ ਚੋਣ ਹੁੰਦੀ ਹੈ ਕਿਉਂਕਿ ਇਹੀ ਪੇਂਡੂ ਖੇਤਰ ਜਿਹੜੇ ਹੈਗੇ ਆ ਅਤੇ ਪੇਂਡੂ ਖੇਤਰਾਂ ਦਾ ਦੇਸ਼ ਆ ਭਾਰਤ, ਔਰ ਇਹਦੀ ਡਿਵੈਲਪਮੈਂਟ ਹੋਣੀ ਬਹੁਤ ਜ਼ਰੂਰੀ ਆ। ਔਰ ਮੈਨੂੰ ਬੜੀ ਖੁਸ਼ੀ ਆ ਕਿ ਮੈਂ ਆਪਣੇ ਪਿੰਡ ਰਣਸੀਂਹ ਕਲਾਂ ਦਾ ਜਦੋਂ 2013 ਦੇ ਵਿੱਚ ਪਹਿਲੀ ਵਾਰ ਆਪਣੇ ਪਿੰਡ ਦਾ ਸਰਪੰਚ ਬਣਿਆ ਅਤੇ ਮੇਰੇ ਪਿੰਡ ਦੇ ਰੱਬ ਵਰਗੇ ਲੋਕਾਂ ਨੇ ਮੈਨੂੰ ਇਹ ਮਾਣ ਬਖਸ਼ਿਆ। ਔਰ ਮੇਰੇ ਮਨ ਦੇ ਵਿੱਚ ਉਦੋਂ ਹੀ ਸੀ ਕਿ ਮੈਂ ਸਰਪੰਚ ਬਣ ਕੇ ਇੱਕ ਜਿਹੜੀ ਸਰਪੰਚੀ ਦਾ ਜਿਹੜਾ ਗ੍ਰਾਫ ਡਿੱਗਿਆ ਵਾ, ਆਮ ਹੀ ਗੀਤਾਂ ਦੇ ਵਿੱਚ ਇਹ ਗੀਤ ਗਾਏ ਜਾਂਦੇ ਆ ਕਿ ਲੈ ਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ। ਸਰਪੰਚਾਂ ਨੂੰ ਪੈਸੇ ਖਾਣ ਵਾਲੀ ਇੱਕ ਬੰਦੇ ਸਮਝਿਆ ਜਾਂਦਾ ਕਿ ਯਾਰ ਤਾਂ ਪੈਸੇ ਖਾਣ ਵਾਲੇ ਹੁੰਦੇ ਆ, ਜੇ ਕੋਈ ਸਰਪੰਚ ਬਣਦਾ ਇਕੱਲੇ ਪੈਸੇ ਹੀ ਖਾਂਦਾ ਇਹ। ਕਿਉਂਕਿ ਸਾਡਾ ਅਕਸ਼ ਅੱਜ ਪੰਜਾਬ ਦੇ ਵਿੱਚ ਸਰਪੰਚਾਂ ਦਾ ਇਹੋ ਜਿਹਾ ਬਣ ਗਿਆ, ਕਿਉਂਕਿ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੋ ਸਕਦਾ ਕਿ ਸਰਪੰਚਾਂ ਨੇ ਉਹ ਜਿਹੜੀ ਭੂਮਿਕਾ ਵਧੀਆ ਢੰਗ ਨਾਲ ਨਾ ਨਿਭਾਈ ਹੋਵੇ। ਪਰ ਮੈਨੂੰ ਅੱਜ ਜੋ ਮੈਂ ਦੇਖ ਰਿਹਾ ਅੱਜ ਦੇ ਸਮੇਂ ਦੇ ਵਿੱਚ, ਬੇਸ਼ੱਕ ਅੱਜ ਪਾਰਦਰਸ਼ੀ ਢੰਗ ਨਾਲ ਬਹੁਤ ਸਾਰੀਆਂ ਗ੍ਰਾਂਟਾਂ ਵੀ ਮਿਲਦੀਆਂ ਏ, ਪਾਰਦਰਸ਼ੀ ਢੰਗ ਨਾਲ ਕੰਮ ਹੁੰਦੇ ਆ, ਸਾਰਾ ਕੁਝ ਉਹਦੀ ਦੇਖ ਰੇਖ ਵੀ ਹੁੰਦੀ ਆ। ਪਰ ਅੱਜ ਦੇ ਜਿਹੜੇ ਸਰਪੰਚ ਆ ਉਹ ਪੜ੍ਹੇ ਲਿਖੇ ਵੀ ਆ, ਜਿਹਦੇ ਕਾਰਨ ਉਹ ਆਪਣੇ ਪਿੰਡਾਂ ਦਾ ਵਿਕਾਸ ਵੀ ਕਰਾ ਰਹੇ ਆ। ਔਰ ਮੇਰੇ ਵਰਗੇ ਇੱਕ ਨਚੀਜ਼ ਬੰਦੇ ਨੂੰ ਜਿਹੜਾ ਸਰਪੰਚੀ ਦੇ ਵਿੱਚੋਂ ਐਡਾ ਵੱਡਾ ਮਾਣ ਮਿਲਣਾ, ਸਮਾਜ ਦੇ ਵਿੱਚ ਉਹ ਇੰਨੀ ਮਕਬੂਲਤਾ ਮਿਲਣੀ ਅਤੇ ਮਸ਼ਹੂਰੀ ਮਿਲਣੀ, ਮੈਂ ਸਮਝਦਾ ਕਿ ਇਹ ਬਹੁਤ ਵੱਡੀ ਗੱਲ ਆ। ਕਿਉਂਕਿ ਉਹਦਾ ਕਾਰਨ ਇੱਕੋ ਹੀ ਆ, ਕਿਉਂਕਿ ਮਿੰਟੂ ਦੇ ਵਿੱਚ ਕੋਈ ਵੀ ਇਹੋ ਜਿਹੀ ਕੋਈ ਕਾਬਲੀਅਤ ਨਹੀਂ ਸੀ ਕਿ ਜੇ ਕੋਈ ਮਿੰਟੂ ਕੋਈ ਬਹੁਤ ਵੱਡਾ ਬੰਦਾ ਸੀ, ਉਹਦੀ ਇੱਕੋ ਹੀ ਸਾਡੀ ਸੀ, ਅਸੀਂ ਆਪਦੇ ਹੱਥੀਂ ਆਪਣਾ ਕੰਮ ਕੀਤਾ। ਕਿਉਂਕਿ ਜਿਹੜਾ ਸਾਡਾ ਫਰਜ਼ ਸੀ
ਜਦੋਂ ਅਸੀਂ ਆਪਣੇ ਪਿੰਡ ਦੇ ਵਿੱਚ ਸੀਵਰੇਜ ਸਾਰੇ ਨੌਜਵਾਨਾਂ ਦੀ ਟੀਮ ਨੇ ਮੇਰੇ ਨਾਲ ਲੱਗ ਕੇ ਜਦੋਂ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਹੁੰਦੀਆਂ ਸੀ ਅਸੀਂ ਉਦੋਂ ਪਾਇਆ ਜੀ ਔਰ ਜਿਹਦੇ ਕਰਕੇ ਸਾਡੀ ਸਮਾਜ ਦੇ ਵਿੱਚ ਬੜੀ ਸਿਫਤ ਹੋਈ ਤੇ ਸਾਨੂੰ ਸ਼ਾਬਾਸ਼ੇ ਮਿਲੀ ਕਿ ਯਾਰ ਸਰਪੰਚ ਹੋਣ ਤਾਂ ਇਹੋ ਜਿਹੇ ਪਿੰਡ ਦੇ ਮੁੰਡੇ ਹੋਣ ਜਿਹੜੇ ਨਾਲ ਲਾ ਕੇ ਪਿੰਡ ਦਾ ਵਿਕਾਸ ਕਰਾਉਂਦੇ ਹੋਣ। ਉਹਦੇ ਕਰਕੇ ਮੈਂ ਸਮਝਦਾ ਕਿ ਰਣਸੀਂਹ ਕਲਾਂ ਦਾ ਅੱਜ ਨਾਮ ਜਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਅੱਜ ਹਿੰਦੁਸਤਾਨ ਦੇ ਨਕਸ਼ੇ ਉੱਤੇ ਲਿਖਿਆ ਗਿਆ, ਉਹਦਾ ਇੱਕੋ ਇੱਕ ਕਾਰਨ ਆ ਕਿ ਅਸੀਂ ਖੂਨ ਪਸੀਨਾ ਇੱਕ ਕਰਕੇ ਆਪਣੇ ਜਿਹੜੇ ਪਿੰਡ ਦੀ ਵਿਕਾਸ ਦੀ ਤਵਾਰੀਖ ਲਿਖੀ ਆ। ਔਰ ਉਰਦੂ ਦੇ ਮਹਾਨ ਸ਼ਾਇਰ ਹੋਏ ਡਾਕਟਰ ਮੁਹੰਮਦ ਇਕਬਾਲ, ਉਹਨਾਂ ਦਾ ਸ਼ੇਅਰ ਉਹ ਕਹਿੰਦੇ बड़ा करना पड़ता है खून पसीना अपना, बड़ा करना पड़ता है खून पसीना अपना, जे किस्मत जूं ही थोड़ा चुमक जाती है। बड़ा खून पसीना करना पैंदा, ਅਸੀਂ खून पसीना ਇੱਕ ਕੀਤਾ ਜਿਹਦੇ ਕਰਕੇ ਅੱਜ ਰਣਸੀਂਹ ਕਲਾਂ ਦਾ ਨਾਮ ਅੱਜ ਪੂਰੀ ਦੁਨੀਆ ਦੇ ਵਿੱਚ ਸਤਿਕਾਰਿਆ ਜਾਂਦਾ। ਜੀ ਬਿਲਕੁਲ ਜੀ, ਇਹ ਤਾਂ ਅਸੀਂ ਤੁਹਾਡੇ ਪਿੰਡ ਜਦੋਂ ਪਹੁੰਚਦੇ ਹਾਂ ਤਸਵੀਰ ਸਾਨੂੰ ਫਿਰਨੀ ਤੋਂ ਦੇਖਣ ਨੂੰ ਮਿਲ ਜਾਂਦੀ ਕਿ ਵਾਕਈ ਪਿੰਡ ਦੀ ਜਿਹੜੀ ਨੁਹਾਰ ਹੈ ਬਦਲੀ ਹੋਈ ਹੈ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਕਿ ਜਿਸ ਤਰ੍ਹਾਂ ਸਰਕਾਰ ਵੱਡੇ ਐਲਾਨ ਕਰ ਦਿੰਦੀ ਹੈ, ਕਿਸਾਨਾਂ ਤੇ ਬੜੇ ਕਾਨੂੰਨ ਵੀ ਥੋਪੇ ਜਾਂਦੇ ਨੇ, ਪਰ ਜੇਕਰ ਅੱਜ ਦੀ ਗੱਲ ਕਰੀਏ ਤੁਹਾਡੇ ਪਿੰਡ ਵੱਲੋਂ ਤੁਹਾਡੇ ਵੱਲੋਂ ਇੱਕ ਪਹਿਲ ਕੀਤੀ ਗਈ ਹੈ ਕਿ ਕੋਈ ਵੀ ਕਿਸਾਨ ਪਰਾਲੀ ਨਹੀਂ ਸਾੜੇਗਾ। ਹਾਲਾਂਕਿ ਪਿਛਲੇ ਸਾਲ ਵੀ ਤੁਹਾਡਾ ਪਿੰਡ ਪਹਿਲੇ ਨੰਬਰ ਤੇ ਆਇਆ ਕਿ 99% ਕਿਸਾਨਾਂ ਨੇ ਜਿਹੜੀ ਪਰਾਲੀ ਨਹੀਂ ਸਾੜੀ ਹੈ, ਪਰ ਅੱਜ ਦੇ ਦੌਰ ਤੇ ਗੱਲ ਕਰੀਏ ਤਾਂ ਕਿਸਾਨਾਂ ਲਈ ਇਹ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਜੇਕਰ ਕੋਈ ਪਰਾਲੀ ਸਾੜੇਗਾ ਉਹਨੂੰ ਕਰੋੜਾਂ ਰੁਪਏ ਜੁਰਮਾਨਾ ਹੋਵੇਗਾ, ਨਾਲ ਦੀ ਨਾਲ ਜਿਹੜੀ ਸਜ਼ਾ ਹੋਵੇਗੀ। ਪਰ ਤੁਸੀਂ ਇੱਕ ਵੱਡੀ ਪਹਿਲ ਕਦਮੀ ਕੀਤੀ ਹੈ। ਬਿਲਕੁਲ ਜੀ, ਸਰਕਾਰਾਂ ਵਾਅਦੇ ਕਰਦੀਆਂ ਪਰ ਉਹ ਵਾਅਦੇ ਵਫਾ ਨਹੀਂ ਹੁੰਦੇ ਔਰ ਰਣਸੀਂਹ ਕਲਾਂ ਵੀ ਉਹਨਾਂ ਵਾਅਦਿਆਂ ਦਾ ਸ਼ਿਕਾਰ ਹੋਇਆ ਕਿਉਂਕਿ ਜਦੋਂ ਪਿਛਲੇ ਸਾਲ ਪੂਰੇ ਦੇਸ਼ ਦੇ ਵਿੱਚ ਇੱਕ ਗੱਲ ਚੱਲਦੀ ਸੀ ਕਿ ਜਿਹੜਾ ਪੰਜਾਬ ਦੀ ਪਰਾਲੀ ਦਾ ਪ੍ਰਦੂਸ਼ਣ ਹੈ ਉਹ ਦਿੱਲੀ ਜਾ ਵੜਦਾ, ਪਰ ਐਤਕੀ ਲੁਧਿਆਣੇ ਯੂਨੀਵਰਸਿਟੀ ਦੇ ਜਿਹੜੀ ਮਾਹਰਾਂ ਦੀ ਟੀਮ ਨੇ, ਇੱਕ ਡਾਕਟਰਾਂ ਦੀ ਟੀਮ ਨੇ, ਉਹਨਾਂ ਨੇ ਇੱਕ ਸਰਵੇ ਕੀਤਾ, ਇੱਕ ਖੋਜ ਕੀਤੀ ਹੈ ਕਿ ਜਿਹੜਾ ਧੂੰਆਂ 300-400 ਕਿਲੋਮੀਟਰ ਯਾਨੀ ਕਿ ਸਫ਼ਰ ਕਰਕੇ ਨਹੀਂ ਉੱਥੇ ਪਹੁੰਚ ਸਕਦਾ। ਉਹਨਾਂ ਨੇ ਇਸ ਗੱਲ ਤੇ ਮੋਹਰ ਲਾਤੀ, ਪਰ ਸਾਡੇ ਦੂਜੇ ਦਿਨ ਹੀ ਪੰਜਾਬ ਦੇ ਇੱਕ ਬਹੁਤ ਵੱਡੇ ਵਜ਼ੀਰ ਨੇ ਉਸ ਗੱਲ ਬਿਆਨ ਤੇ ਮੋਹਰ ਲਾਤੀ, ਬਿਆਨ ਦੇ ਕੇ ਇੱਕ ਅਖਬਾਰ ਦੇ ਵਿੱਚ ਕਿ ਜੀ ਇਹ ਵਾਕਈ ਗੱਲ ਸਹੀ ਹੈ ਕਿ ਉਹ ਦਿੱਲੀ ਤੱਕ ਸਾਡਾ ਧੂੰਆਂ ਨਹੀਂ ਜਾਂਦਾ, ਦਿੱਲੀ ਵਾਲ ਨੂੰ ਕੋਈ ਖਤਰਾ ਨਹੀਂ। ਮੈਨੂੰ ਇਸ ਗੱਲ ਦਾ ਦੁੱਖ ਹੋਇਆ ਜਦੋਂ ਮੈਂ ਖਬਰ ਪੜ੍ਹੀ ਕਿਉਂਕਿ ਇਹਦਾ ਮਤਲਬ ਦਿੱਲੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹੀ ਬੰਦੇ ਥੋੜ੍ਹਾ ਪੰਜਾਬ ਦੇ ਵਿੱਚ ਵੀ ਲੋਕ ਰਹਿੰਦੇ ਆ ਕਿਉਂਕਿ ਕਿਸਾਨ ਬਹੁਤ ਮਜਬੂਰ ਹੋ ਕੇ ਆਪਣੀ ਧਰਤੀ ਮਾਂ ਨੂੰ ਜਾਣੀ ਅੱਗ ਲਾਉਂਦਾ ਕਿਉਂਕਿ ਉਹਦਾ ਦਿਲ ਨਹੀਂ ਹੁੰਦਾ ਕਿ ਆਪਣੀ ਆਪਦੇ ਹੱਥੀਂ ਆਪਦੀ ਮਾਂ ਨੂੰ ਅੱਗ ਲਾਵੇ ਕਿਉਂਕਿ ਜਦੋਂ ਪਰਾਲੀ ਜਲਾਈ ਜਾਂਦੀ ਉਹਦੇ ਵਿੱਚ ਸਾਡੇ ਮਿੱਤਰ ਕੀੜੇ ਜਿਹੜੇ ਮੱਚ ਜਾਂਦੇ ਆ, ਸਾਡੇ ਉਹਦੇ ਵਿੱਚ ਚੰਗੇ ਤੱਤ ਜਿਹੜੇ ਜ਼ਮੀਨ ਦੇ ਹੁੰਦੇ ਆ ਉਹ ਖਤਮ ਹੋ ਜਾਂਦੇ ਆ ਔਰ ਇਸੇ ਤਰ੍ਹਾਂ ਸਾਡੇ ਉਹਦੇ ਆਸ-ਪਾਸ ਜਿਹੜੇ ਰੁੱਖ ਲੱਗੇ ਹੁੰਦੇ ਆ ਜਿਹੜੇ ਖੇਤਾਂ ਦੇ ਨਾਲ ਉਹ ਬਹੁਤ ਜਾਣੀ ਮੱਚ ਜਾਂਦੇ ਆ, ਪੰਛੀ ਮਰ ਜਾਂਦੇ ਆ। ਇਹ ਬਹੁਤ ਵੱਡੀਆਂ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਕਿਸਾਨ ਨੂੰ ਪਤਾ ਹੁੰਦਾ ਪਰ ਫਿਰ ਵੀ ਉਹਦੀ ਮਜਬੂਰੀ ਹੁੰਦੀ ਹੈ ਕਿਉਂਕਿ ਜਿਹੜਾ ਸਰਕਾਰ ਕੋਈ ਵਾਅਦਾ ਕਰਦੀ ਹੈ ਪਰ ਨਿਭਾਉਂਦੀ ਨਹੀਂ, ਸਰਕਾਰਾਂ ਵੱਲੋਂ ਕੋਈ ਹੱਲ ਨਹੀਂ ਦਿੱਤਾ ਜਾਂਦਾ, ਸਰਕਾਰਾਂ ਵੱਲੋਂ ਕਿਸਾਨਾਂ ਦੀ ਵਾਹ ਨਹੀਂ ਫੜੀ ਜਾਂਦੀ, ਜਿਹਦੇ ਕਰਕੇ ਕਿਸਾਨ ਵਿਚਾਰਾ ਮਜਬੂਰੀ ਵਸ ਹੋ ਕੇ ਕਰਦਾ। ਔਰ ਪਿਛਲੇ ਸਾਲ ਵੀ ਜਦੋਂ ਸਰਕਾਰ ਨੇ ਆਖਿਆ ਸੀ ਕਿ ਅੱਗ ਨਹੀਂ ਲਾਉਣੀ, ਪਰਾਲੀ ਨੂੰ ਨਾ ਜਲਾਓ, ਕਿਉਂਕਿ ਮੈਂ ਆਪਦੇ ਪਿੰਡ ਦੇ ਵਿੱਚ 21 ਅਕਤੂਬਰ ਨੂੰ 2019 ਨੂੰ ਅਸੀਂ ਇੱਕ ਬਹੁਤ ਵੱਡਾ ਗ੍ਰਾਮ ਸਭਾ ਦਾ ਇਜਲਾਸ ਕੀਤਾ, ਉਹਦੇ ਵਿੱਚ ਅਸੀਂ ਕਿਸਾਨਾਂ ਦਾ ਇਕੱਠ ਕੀਤਾ ਔਰ ਕਿਸਾਨਾਂ ਦਾ ਇਕੱਠ ਕਰਕੇ ਇੱਕ ਉਹਨਾਂ ਨੂੰ 5 ਲੱਖ ਰੁਪਏ ਦੇ ਅਸੀਂ ਗ੍ਰਾਮ ਪੰਚਾਇਤ ਵੱਲੋਂ 5 ਲੱਖ ਦੇ ਸੰਦ ਲਿਆਂਦੇ ਗਏ ਸੀਗੇ, ਜਿਹੜੀ ਮਸ਼ੀਨਰੀ ਲਿਆਂਦੀ ਸੀ ਕਿ ਜਿਹੜੀ ਪਰਾਲੀ ਨੂੰ ਵਿੱਚ ਹੀ ਜ਼ਮੀਨ ਦੇ ਰਲਾ ਦਿੰਦੀ ਹੈ ਤੇ ਕਣਕ ਦੀ ਸਿੱਧੀ ਬਿਜਾਈ ਕਰ ਦਿੰਦੀ ਹੈ ਤੇ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ। ਔਰ ਅਸੀਂ ਕਿਸਾਨਾਂ ਨੂੰ ਆਖਿਆ ਕਿ ਤੁਸੀਂ ਸੰਦ ਲੈ ਜਾਓ ਸਾਡੇ ਫ੍ਰੀ ਵਰਤੋ, ਤੁਸੀਂ ਅੱਗ ਨਾ ਲਾਓ ਔਰ ਜਿਹਦੇ ਕੋਲੇ ਟਰੈਕਟਰ ਹਾਣੀ ਉਹ ਟਰੈਕਟਰ ਭਾਈ ਮੇਰਾ ਲੈ ਜੇ ਘਰੋਂ ਆ ਕੇ ਤੇ ਤੇਲ ਪਾ ਕੇ ਆਪਦੀ ਯਾਨੀ ਕਣਕ ਦੀ ਬਿਜਾਈ ਕਰ ਲੇ ਪਰ ਅੱਗ ਨਾ ਲਾਇਓ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਵੱਲੋਂ ਜਿਹੜਾ ਇੱਕ ਸ਼ੁਰੂ ਕੀਤੀ ਮੁਹਿੰਮ ਸੀ ਸਾਡੇ ਪਿੰਡ ਦੇ ਰੱਬ ਵਰਗੇ ਕਿਸਾਨਾਂ ਨੇ ਉਹਦੇ ਵਿੱਚ ਯੋਗਦਾਨ ਦਿੱਤਾ ਔਰ 99% ਤੋਂ ਉੱਪਰ ਰਣਸੀਂਹ ਕਲਾਂ ਜਿਹੜਾ ਜਿੱਥੇ ਅੱਗ ਨਹੀਂ ਲਾਈ ਗਈ ਸੀ, ਪਰਾਲੀ ਜਲਾਈ ਨਹੀਂ ਗਈ ਸੀ ਔਰ ਪੰਜਾਬ ਦੇ ਸਾਰੇ ਅਖਬਾਰਾਂ ਨੇ ਉਹ ਚਰਚਾ ਕੀਤੀ ਕਿ ਰਣਸੀਂਹ ਕਲਾਂ ਇੱਕ ਪੰਜਾਬ ਦਾ ਪਹਿਲਾ ਪਿੰਡ ਬਣਿਆ ਜਿੱਥੇ ਅੱਗ ਨਹੀਂ ਲਾਈ ਗਈ। ਔਰ ਮੋਗਾ ਜ਼ਿਲ੍ਹਾ ਦੇ ਡੀਸੀ ਸ਼੍ਰੀ ਸੰਦੀਪ ਹੰਸ ਜਿਹੜੇ ਬਹੁਤ ਚੰਗੇ ਸਾਡੇ ਡੀਸੀ ਸਾਹਿਬ ਆ, ਉਹ ਪਿੰਡ ਸਾਨੂੰ ਸ਼ਾਬਾਸ਼ ਦੇਣ ਲਈ ਸਾਡੇ ਬਕਾਇਦਾ ਆਏ ਔਰ ਉਦੋਂ ਬਾਅਦ ਸਰਕਾਰ ਨੇ ਸਕੀਮ ਚਲਾਈ ਕਿ ਜਿਹੜੇ ਕਿਸਾਨਾਂ ਨੇ ਅੱਗ ਨਹੀਂ ਲਾਈ ਪਰਾਲੀ ਵਾਲ ਨੂੰ 5 ਏਕੜ ਵਾਲਿਆਂ ਨੇ ਤੇ 5 ਏਕੜ ਜਾਂ 5 ਏਕੜ ਤੋਂ ਘੱਟ ਵਾਲਿਆਂ ਨੂੰ 1000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਅਸੀਂ ਮਾਜਵਾ ਦੇਵਾਂਗੇ, ਮਦਦ ਕਰਾਂਗੇ। ਪਰ ਉਹ ਸਾਰੇ ਵਾਅਦੇ ਹੀ ਰਹਿ ਗਏ, ਵਫਾ ਨਾ ਹੋਏ। 1 ਰੁਪਈਆ ਸਾਡੇ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਇਆ। ਅਸੀਂ ਫਾਰਮ ਭਰ ਕੇ ਦਿੱਤੇ, ਬਹੁਤ ਮੱਥਾ ਮਾਰਿਆ, ਪਰ ਜਦੋਂ ਐਤਕੀ ਕਿਸਾਨਾਂ ਨਾਲ ਗੱਲ ਕੀਤੀ ਕਿ ਯਾਰ ਆਪਾਂ ਪਿਛਲੇ ਸਾਲ ਵਾਂਗੂ ਐਤਕੀ ਵੀ ਅੱਗ ਨਹੀਂ ਲਾਉਣੀ ਕਿਉਂਕਿ ਜਦੋਂ ਅੱਗ ਲਾਉਣੇ ਆ ਆਪਾਂ ਹੀ ਵਿੱਚ ਉਹ ਧੂਏ ਦੇ ਸ਼ਿਕਾਰ ਹੁੰਦੇ ਆ, ਆਪਾਂ ਹੀ ਵਿੱਚ ਬਿਮਾਰੀਆਂ ਦੀ ਲਪੇਟ 'ਚ ਆਉਣੇ ਆ, ਆਪਾਂ ਹੀ ਮੱਚਦੇ ਆ ਯਾਰ। ਵੱਡੇ ਮੋਦੀ ਵਰਗੇ ਜਾਂ ਹੋਰ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਲੋਕ ਉਹ ਤਾਂ ਦਿੱਲੀ, ਚੰਡੀਗੜ੍ਹ, ਹੋਰ ਆਪਦੇ ਵੱਡੇ ਸ਼ਹਿਰਾਂ ਦੇ ਵਿੱਚ ਦੇਸ਼ ਦੇ ਵਿੱਚ ਬੈਠੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਵੀ ਆਪਾਂ ਅੱਗ ਨਾ ਲਾਈਏ। ਔਰ ਜਦੋਂ ਅਸੀਂ ਅੱਗ ਨਾ ਲਾਉਣ ਦਾ ਵਾਅਦਾ ਕੀਤਾ ਤੇ ਪਰ ਕਿਸਾਨਾਂ ਨੂੰ ਰੋਸ ਸੀ ਕਿ ਪਿਛਲੇ ਸਾਲ ਆਪਾਂ ਨੂੰ ਯਾਰ 1 ਰੁਪਈਆ ਵੀ ਦਿੱਤਾ ਨਹੀਂ ਗਿਆ ਤੇ ਆਪਾਂ ਯਾਰ ਅਸੀਂ ਅੱਗ ਲਾਉਣੀ ਆ।
ਔਰ ਦੂਜਾ ਕਾਰਨ ਇਹ ਸੀ ਕਿ ਜਿਹੜੇ ਖੇਤੀ ਆਰਡੀਨੈਂਸ ਬਿੱਲ ਜਿਹੜੇ ਸੈਂਟਰ ਗਵਰਨਮੈਂਟ ਲੈ ਕੇ ਆਈ ਹੈ ਉਹਦਾ ਵੀ ਲੋਕਾਂ 'ਚ ਰੋਸ ਸੀ ਕਿ ਅਸੀਂ ਅੱਗ ਲਾਉਣੀ ਆ। ਪਰ ਅਸੀਂ ਫਿਰ ਅਸੀਂ ਸੋਚਿਆ ਕਿ ਜਿਹੜੀਆਂ ਸਰਕਾਰਾਂ ਉਹ ਤਾਂ ਕਿਸਾਨਾਂ ਦੀ ਬਾਂਹ ਨਹੀਂ ਫੜਦੀ, ਗ੍ਰਾਮ ਪੰਚਾਇਤ ਵੀ ਇੱਕ ਸਰਕਾਰ ਹੁੰਦੀ ਆ, ਉਹ ਮਿੰਨੀ ਸਰਕਾਰ ਹੁੰਦੀ ਆ। ਅਸੀਂ ਕਿਉਂ ਨਾ ਯਾਰ ਇੱਕ ਇਹੋ ਜਿਹਾ ਕੰਮ ਕਰੀਏ ਕਿ ਸਾਡੇ ਪਿੰਡ ਦੇ ਕਿਸਾਨ ਖੁਸ਼ ਹੋਵਣ, ਉਸ ਮੁਹਿੰਮ ਨਾਲ ਜੁੜਨ ਤੇ ਅੱਗ ਨਾ ਲਾਉਣ ਆਪਣੀ ਧਰਤੀ ਮਾਂ ਨੂੰ। ਅਸੀਂ ਸਕੀਮ ਸ਼ੁਰੂ ਕੀਤੀ ਕਿ ਜਿਹੜੇ ਛੋਟੇ ਕਿਸਾਨ ਆ, ਸੀਮਤ ਕਿਸਾਨ ਆ, ਉਹ ਜੇ ਪਰਾਲੀ ਨਹੀਂ ਜਲਾਉਣਗੇ ਅਸੀਂ ਉਹਨਾਂ ਨੂੰ 500 ਰੁਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਵਾਂਗੇ। ਇਹ ਸਭ ਤੋਂ ਵੱਡੀ ਜਿਹੜੀ ਸਾਡੀ ਮੁਹਿੰਮ ਸੀ, ਸਰਕਾਰਾਂ ਨਹੀਂ ਦੇ ਰਹੀਆਂ, ਇੱਕ ਰਣਸੀਂਹ ਕਲਾਂ ਪਿੰਡ ਹੋ ਕੇ ਇਹ ਸਕੀਮਾਂ ਜਿਹੜੀਆਂ ਲਾਂਚ ਕਰ ਰਿਹਾ, ਜਿਹੜੀ ਮੈਂ ਸਮਝਦਾ ਕਿ ਸਭ ਤੋਂ ਵੱਡੀ ਗੱਲ ਆ ਰਣਸੀਂਹ ਕਲਾਂ ਦੀ। ਜੀ ਬਿਲਕੁਲ, ਤੁਸੀਂ ਤਾਂ ਬਦਲ ਲੱਭ ਕੇ ਦਿੱਤਾ ਕਿ ਹਾਂਜੀ ਅਸੀਂ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ ਤੇ ਨਾਲ ਹੱਲ ਕਰ ਦਿੱਤਾ ਕਿ ਇੱਕ ਮਸ਼ੀਨ ਪ੍ਰੋਵਾਈਡ ਕਰਾ ਦਿੱਤੀ ਗਈ ਕਿ ਪਰਾਲੀ ਜਿਹੜੀ ਆ ਅੰਦਰ ਹੀ ਸਿਮਟ ਲੈ ਗਈ ਤੇ ਉਸ ਤੋਂ ਬਾਅਦ ਅਸੀਂ ਅਗਲੀ ਨਵੀਂ ਖੇਤੀ ਜਿਹੜੀ ਕਰ ਸਕਦੇ ਆ। ਪਰ ਸਰਕਾਰਾਂ ਇਹ ਬਦਲ ਕਿਉਂ ਨਹੀਂ ਲੱਭ ਪਾਉਂਦੀਆਂ? ਅਸਲ ਸਰਕਾਰਾਂ ਜੀ ਕੁਝ ਕਰਨਾ ਹੀ ਨਹੀਂ ਚਾਹੁੰਦੀਆਂ। ਮੈਂ ਤਾਂ ਇਹ ਮਹਿਸੂਸ ਕਰਦਾ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੁਸੀਂ ਦੇਖਿਆ ਹੋ ਅੱਜ ਵੀ ਸਾਡੀਆਂ ਜਿਹੜੀਆਂ ਗ੍ਰਾਂਟਾਂ ਆ ਰਹੀਆਂ ਪਿੰਡਾਂ ਦੇ ਵਿੱਚ, ਉਹ ਵੀ ਗਲੀਆਂ ਨਾਲੀਆਂ ਦੇ ਵਿਕਾਸ ਲਈ ਆ ਰਹੀਆਂ। ਅਸੀਂ ਵਿਕਾਸ ਕੀ ਕਰਨਾ ਹੈ, ਗਲੀਆਂ ਨਾਲੀਆਂ ਤੱਕ ਹੀ ਅਸੀਂ ਸੀਮਤ ਖੜੇ ਹਾਂ। ਹਜੇ ਤੱਕ ਅਸੀਂ ਪਿੰਡਾਂ ਦੇ ਵਿੱਚ ਸੀਵਰੇਜ ਨਹੀਂ ਪਾ ਸਕੇ, ਅਸੀਂ ਗਲੀਆਂ ਨੂੰ ਵਧੀਆ ਢੰਗ ਨਾਲ ਬਣਾ ਨਹੀਂ ਸਕੇ, ਕੰਕਰੀਟ ਦੇ ਨਾਲ ਅਸੀਂ ਕੋਈ ਇਹੋ ਜਿਹੇ ਵਧੀਆ ਪ੍ਰਬੰਧ ਨਹੀਂ ਕਰ ਸਕੇ। ਸਾਡੀ ਡਿਵੈਲਪਮੈਂਟ ਹੀ ਹਜੇ ਗਲੀਆਂ ਨੱਕ ਤੇ ਸੀਮਤ ਆ। ਮੈਂ ਸਮਝਦਾ ਕਿ ਸਰਕਾਰਾਂ ਚਾਹੁੰਦੀਆਂ ਇਹ ਗਲੀਆਂ ਨਾਲੀਆਂ ਤੱਕ ਹੀ ਲੋਕ ਉਲਝੇ ਰਹਿਣ, ਇੱਥੇ ਹੀ ਰਹਿ ਸੀਮਤ ਰਹਿਣ, ਇਹ ਉਦੋਂ ਵੱਧ ਨਾ ਸੋਚਣ। ਮੈਂ ਸਮਝਦਾ ਕਿ ਸਰਕਾਰਾਂ ਜਾਣ-ਬੁੱਝ ਕੇ ਨਹੀਂ ਚਾਹੁੰਦੀਆਂ ਕਿ ਕੋਈ ਇਹਨਾਂ ਦੇ ਹੱਲ ਹੋ ਜਾਣ, ਇਹ ਪੰਜਾਬ ਦੇ ਲੋਕ ਸੁਖੀ ਹੋ ਜਾਣ, ਇਹ ਖੁਸ਼ਹਾਲ ਹੋ ਜਾਣ। ਇਹ ਸਰਕਾਰਾਂ ਦੀਆਂ ਨੀਤੀਆਂ ਨਹੀਂ। ਉਹ ਸਰਕਾਰ ਭਲਾ ਸੈਂਟਰ ਦੀ ਹੋਵੇ, ਉਹ ਭਲਾ ਸੂਬਾ ਸਰਕਾਰ ਹੋਵੇ, ਸਾਰੀਆਂ ਬੇਈਮਾਨ ਸਰਕਾਰਾਂ ਇਹ। ਜੇਕਰ ਗੱਲ ਕਰੀਏ ਹੁਣ ਇੰਨੇ ਵੱਡੇ ਜੁਰਮਾਨੇ ਜਿਹੜੇ ਨੇ ਐਲਾਨ ਦਿੱਤੇ ਗਏ ਨੇ, ਕੋਈ ਸਾੜੇਗਾ ਪਰਾਲੀ ਤਾਂ ਕਰੋੜਾਂ ਰੁਪਏ ਜੁਰਮਾਨਾ ਹੋਏਗਾ, ਕੈਦ ਹੋਏਗੀ। ਤੁਹਾਨੂੰ ਨਹੀਂ ਲੱਗਦਾ ਹੈ ਕਿ ਪਹਿਲਾਂ ਹੀ ਜਿਹੜੇ ਕਿਸਾਨ ਨੇ ਉਹ ਕਰਜ਼ੇ ਦੇ ਝੰਬੇ ਪਏ ਨੇ, ਅੱਜ ਸੜਕਾਂ ਤੇ ਕਿਸਾਨ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਤੇ ਜੇਕਰ ਕਿਸਾਨ ਦੀ ਕਿਤੇ ਵੀ ਨਜ਼ਰ ਪੈਂਦੀ ਕਿ ਪਰਾਲੀ ਸਾੜ ਰਿਹਾ ਹੈ ਤਾਂ ਉਹਨੂੰ ਇੰਨਾ ਜੁਰਮਾਨਾ ਪੈ ਜਾਂਦਾ ਹੈ, ਤਾਂ ਕੀ ਸੋਚਦੇ ਹੋ ਕਿ ਉਸ ਦੀ ਹਾਲਤ ਕੀ ਹੋਵੇਗੀ? ਕਿ ਇਸ ਤਰ੍ਹਾਂ ਦੇ ਜੁਰਮਾਨੇ ਐਲਾਨਣ ਤੋਂ ਪਹਿਲਾਂ ਸਰਕਾਰ ਨੂੰ ਕੋਈ ਹੋਰ ਬਦਲ ਕੱਢਣਾ ਚਾਹੀਦਾ ਸੀ? ਬਿਲਕੁਲ ਜੀ, ਕੋਈ ਵੀ ਕਿ ਸਮੱਸਿਆ ਦਾ ਹੱਲ ਆ ਉਹ ਡੰਡੇ ਦੇ ਨਾਲ ਨਹੀਂ ਕੱਢਿਆ ਜਾ ਸਕਦਾ, ਜਾਂ ਤੁਸੀਂ ਸਜ਼ਾ ਦੇ ਨਾਲ ਨਹੀਂ ਉਹਦਾ ਕੱਢ ਸਕਦੇ। ਵੱਡੀਆਂ ਵੱਡੀਆਂ ਸਮੱਸਿਆਵਾਂ ਪ੍ਰੇਮ ਦੇ ਨਾਲ ਇੱਕ ਚੰਗੇ ਇਹੋ ਜਿਹੀਆਂ ਮੁਹਿੰਮਾਂ ਬਣਾ ਕੇ ਸ਼ੁਰੂ ਕੀਤੀਆਂ ਜਾਂਦੀਆਂ ਜਿਹਦੇ ਨਾਲ ਹੱਲ ਨਿਕਲੇ ਆਉਂਦੇ ਆ। ਇਹ ਤਾਂ ਬਹੁਤ ਛੋਟੀ ਗੱਲ ਸੀ ਜੇ ਪਰਾਲੀ ਨਾ ਸਾੜਨ ਵਾਲੀ, ਜੇ ਕਿਸਾਨਾਂ ਦੀ ਸਰਕਾਰ ਬਾਂਹ ਫੜੇ। ਤੇ ਮੈਂ ਸਮਝਦਾ ਕਿ ਕੋਈ ਵੀ ਇਹੋ ਜਿਹਾ ਕੋਈ ਕਿਸਾਨ ਨਹੀਂ ਜਿਹੜਾ ਚਾਹੁੰਦਾ ਕਿ ਮੈਂ ਆਪਦੇ ਹੱਥੀਂ ਆਪਣੀ ਧਰਤੀ ਮਾਂ ਨੂੰ ਅੱਗ ਲਾਵਾਂ, ਕਿਉਂਕਿ ਉਸ ਮਿੱਟੀ ਦੇ ਵਿੱਚ ਉਹ ਆਪਣੀ ਔਰ ਆਪਣੀ ਬੱਚਿਆਂ ਦੀ, ਆਪਣੀ ਨਸਲਾਂ ਦੀ ਤਕਦੀਰ ਲਿਖਦਾ। ਉਸ ਮਿੱਟੀ ਦੇ ਵਿੱਚ ਉਹ ਕਦੇ ਵੀ ਨਹੀਂ ਚਾਹੂਗਾ ਕਿ ਮੈਂ ਉਹਨੂੰ ਅੱਗ ਲਾਵਾਂ। ਜਦੋਂ ਕਿਸਾਨ ਆਪਦੇ ਖੇਤ ਦੇ ਵਿੱਚ ਜਾਂਦਾ, ਆਪਦਾ ਹਲ ਬਾਉਂਦਾ, ਸਭ ਤੋਂ ਪਹਿਲਾਂ ਧਰਤੀ ਮਾਂ ਨੂੰ ਮੱਥਾ ਟੇਕਦਾ ਤੇ ਮਿੱਟੀ ਚੱਕ ਕੇ ਉਹਦੇ ਮੱਥੇ ਨੂੰ ਲਾਉਂਦਾ, ਕਿਉਂਕਿ ਉਹਦੀ ਉਹ ਕਿਸਮਤ ਆ ਉਹ ਮਿੱਟੀ। ਇਸ ਕਰਕੇ ਕਿਸਾਨਾਂ ਦੀ ਮਜਬੂਰੀ ਆ। ਸਰਕਾਰਾਂ ਇਕੱਲੇ ਕਾਨੂੰਨ ਬਣਾ ਰਹੀਆਂ, ਇਕੱਲੇ ਇਹੋ ਜਿਹੇ ਜੁਰਮਾਨੇ ਲਾ ਰਹੀਆਂ ਕਿ ਉਹਨਾਂ ਨੂੰ ਡਰਾ ਕੇ ਕਿਸਾਨਾਂ ਦਾ ਹੱਲ ਕਰਾਂਗੇ। ਅਸਲ ਕੋਈ ਹੱਲ ਨਹੀਂ ਕਰ ਰਹੀਆਂ। ਇਹਦੇ ਨਾਲ ਹੋਰ ਵੀ ਜਾਣੀ ਕਿ ਦਿਨੋਂ ਦਿਨ ਸਾਡੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਹਕੂਮਤ ਦੀ ਔਰ ਪਰਜਾ ਦੇ ਵਿੱਚੋਂ ਸੰਬੰਧ ਟੁੱਟ ਜੇ। ਇੱਕ ਬਹੁਤ ਵੱਡੇ ਇੱਕ ਚੀਨ ਦੇ ਇੱਕ ਫਿਲਾਸਫਰ ਹੋਏ ਨੇ ਕਨਫਿਊਸੀਅਸ ਉਹਨਾਂ ਦਾ ਨਾਮ ਸੀ, ਤੇ ਉਹਨਾਂ ਦੇ ਚੇਲੇ ਨੇ ਉਹਨਾਂ ਨੂੰ ਪੁੱਛਿਆ ਕਿ ਸਵਾਮੀ, ਇੱਕ ਚੰਗੀ ਹਕੂਮਤ ਦੀਆਂ ਕਿਹੜੀਆਂ 3 ਨਿਸ਼ਾਨੀਆਂ ਤੇ ਉਹਦੇ ਕਿਹੜੇ 3 ਮੁੱਢਲੇ ਫਰਜ਼ ਕਿਹੜੇ ਆ? ਤੇ ਕਨਫਿਊਸੀਅਸ ਕਹਿੰਦਾ ਵੀ ਆਪਣੇ ਚੇਲੇ ਨੂੰ ਕਹਿੰਦਾ ਸਭ ਤੋਂ ਪਹਿਲਾਂ ਫਰਜ਼ ਆਪਦੀ ਪਰਜਾ ਨੂੰ ਭੋਜਨ ਦੇਣਾ, ਦੂਜੀ ਉਹਨਾਂ ਦੀ ਸੁਰੱਖਿਆ ਲਈ ਹਥਿਆਰ ਹੋਣੇ, ਤੀਜੀ ਪਰਜਾ ਦਾ ਹਕੂਮਤ ਵਿੱਚ ਵਿਸ਼ਵਾਸ ਹੋਣਾ। ਤੇ ਉਹ ਕਹਿੰਦਾ ਸਵਾਮੀ ਜੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਚੀਜ਼ ਛੱਡਣ ਦੀ ਲੋੜ ਪੈ ਜੇ ਤੇ ਕਿਹੜੀ ਚੀਜ਼ ਛੱਡੀ ਜਾ ਸਕਦੀ ਆ? ਉਹ ਕਹਿੰਦੇ ਹਥਿਆਰ ਛੱਡੇ ਜਾ ਸਕਦੇ ਆ, ਹਥਿਆਰ ਛੱਡੇ ਜਾ ਸਕਦੇ ਆ। ਉਹ ਕਹਿੰਦੇ ਠੀਕ ਆ, ਹਥਿਆਰ ਛੱਡੇ ਜਾ ਸਕਦੇ ਆ। ਭੋਜਨ ਔਰ ਪਰਜਾ ਦੇ ਔਰ ਹਕੂਮਤ ਦੇ ਵਿਸ਼ਵਾਸ ਵਿੱਚੋਂ ਕਿਹੜੀ ਚੀਜ਼ ਇੱਕ ਰੱਖੀ ਜਾ ਸਕਦੀ ਆ? ਉਹ ਕਹਿੰਦੇ ਭੋਜਨ ਛੱਡਿਆ ਜਾ ਸਕਦਾ। ਉਹ ਕਹਿੰਦਾ ਸਵਾਮੀ ਭੋਜਨ ਬਿਨਾਂ ਤਾਂ ਮਨੁੱਖ ਦਾ ਜਿਉਣਾ ਅਸੰਭਵ ਹੈ, ਮਰ ਜੂ। ਉਹ ਕਹਿੰਦਾ ਮਨੁੱਖ ਬਣਿਆ ਹੀ ਮਰਨ ਲਈ ਹੈ, ਕਿਉਂਕਿ ਜਿਸ ਦਿਨ ਬੰਦੇ ਦਾ ਜਨਮ ਹੁੰਦਾ ਹੈ ਉਸੇ ਦਿਨ ਉਹ ਮੌਤ ਸ਼ੁਰੂ ਹੋ ਜਾਂਦੀ ਹੈ ਬੰਦੇ ਦੀ। ਹਰ ਰੋਜ਼ ਇੱਕ ਇੱਕ ਕਦਮ ਆਪਣਾ ਮੌਤ ਵੱਲ ਨੂੰ ਪੱਟਦਾ। ਉਹ ਕਹਿੰਦਾ ਮਨੁੱਖ ਦਾ ਮਰਨਾ ਸੰਭਵ ਹੈ, ਇਹਨੇ ਮਰਨਾ ਹੀ ਮਰਨਾ, ਉਹ ਕੋਈ ਵੱਖਰੀ ਕਰ ਰਿਹਾ ਨਹੀਂ। ਪਰ ਜਦੋਂ ਪਰਜਾ ਦਾ ਹਕੂਮਤ ਦੇ ਵਿੱਚੋਂ ਵਿਸ਼ਵਾਸ ਟੁੱਟ ਜੇ, ਉਹ ਪਰਜਾ ਵੀ ਖਤਮ, ਉਹ ਹਕੂਮਤ ਵੀ ਖਤਮ। ਅੱਜ ਇਹੀ ਕਾਰਨ ਆ ਸਾਡੀ ਪੰਜਾਬ ਸਰਕਾਰ, ਉਹ ਸੈਂਟਰ ਸਰਕਾਰ ਹੋਵੇ, ਸਾਡੀ ਪਰਜਾ ਦਾ, ਸਾਡੇ ਸਮਾਜ ਦੇ ਲੋਕਾਂ ਦਾ, ਸਾਡੇ ਕਿਸਾਨਾਂ ਦਾ ਅੱਜ ਹਕੂਮਤ ਵਿੱਚੋਂ ਵਿਸ਼ਵਾਸ ਖਤਮ ਹੋ ਰਿਹਾ, ਜਿਹੜਾ ਸਭ ਤੋਂ ਖਤਰਨਾਕ ਗੱਲ ਆ।
ਬਿਲਕੁਲ, ਹੁਣ ਅਸੀਂ ਗੱਲ ਕਰ ਲੈਂਦੇ ਹਾਂ ਖੇਤੀ ਕਾਨੂੰਨਾਂ ਦੀ, ਜੋ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਥੋਪ ਦਿੱਤੇ ਗਏ ਨੇ। ਪੂਰੇ ਕਿਸਾਨ ਅੱਜ ਦੇਸ਼ ਦੇ ਸੜਕਾਂ ਤੇ ਉਤਰੇ ਹੋਏ ਨੇ, ਇਹਨਾਂ ਦਾ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਤੁਸੀਂ ਇਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਕਿ ਵਾਕਈ ਹੀ ਇਹ ਕਾਨੂੰਨ ਹੁਣ ਜਿੱਦਾਂ ਲਾਗੂ ਹੋ ਚੁੱਕੇ ਨੇ, ਕਿ ਵਾਕਈ ਹੀ ਕਿਸਾਨਾਂ ਦੀ ਬਹੁਤ ਵੱਡੀ ਇਹ ਹਾਨੀ ਹੋਵੇਗੀ? ਪੰਜਾਬੀ ਦੇ ਇਨਕਲਾਬੀ ਕਵੀ ਹੋਏ ਨੇ ਪਾਸ, ਤੇ ਉਹ ਆਖਦੇ ਨੇ ਕਿ ਕਿਸੇ ਕਿਰਤ ਕਰਨ ਵਾਲੇ ਦੀ ਲੁੱਟ ਤੇ ਪੁਲਿਸ ਦੀ ਕੁੱਟ ਖਤਰਨਾਕ ਨਹੀਂ ਹੁੰਦੀ, ਸਭ ਤੋਂ ਖਤਰਨਾਕ ਹੁੰਦਾ ਪਾਸ ਸਾਡੇ ਸੁਪਨਿਆਂ ਦਾ ਮਰ ਜਾਣਾ। ਅੱਜ ਕਿਸਾਨ ਆਪਣੇ ਸੁਪਨਿਆਂ ਨੂੰ ਮਰਿਆ ਹੋਇਆ ਦੇਖ ਰਹੇ ਆ। ਉਹ ਇਸ ਖੇਤੀ ਆਰਡੀਨੈਂਸ ਬਿੱਲਾਂ ਦੇ ਵਿੱਚੋਂ ਆਪਣੇ ਜਿਹੜੇ ਸੁਪਨੇ ਸਜਾਏ ਸੀ ਉਹ ਟੁੱਟਦੇ ਨਜ਼ਰ ਆਉਂਦੇ ਆ ਉਹਨਾਂ ਨੂੰ, ਉਹਦੇ ਕਰਕੇ ਉਹ ਵਿਰੋਧ ਅੱਜ ਕਰ ਰਹੇ ਆ। ਔਰ ਮੈਂ ਸਮਝਦਾ ਕਿ ਜਿਹੜੀ ਇਹ ਆਰਡੀਨੈਂਸ ਬਿੱਲ ਆ, ਇਹਨਾਂ ਦੀ ਸ਼ੰਕ ਆ ਅੱਜ ਕਿਸਾਨਾਂ ਨੂੰ ਕਿ ਇਹ ਸਾਡੇ ਲਈ ਖਤਰਨਾਕ ਆ ਤੇ ਖੇਤੀ ਮਾਰੂ ਤੇ ਕਿਸਾਨ ਮਾਰੂ ਆ। ਔਰ ਜਿਹੜੀ ਸਭ ਤੋਂ ਖਤਰਨਾਕ ਗੱਲ ਮੈਂ ਸਮਝਦਾ ਕਿ ਇਹ ਆ। ਔਰ ਜੇ ਸਰਕਾਰ ਨੇ ਕੋਈ ਇਹੋ ਜਿਹੀ ਕਿਸਾਨਾਂ ਦੀ ਆਮਦਨ ਵਧਾਉਣ ਵਾਲੇ ਕੋਈ ਬਿੱਲ ਲੈ ਕੇ ਆਉਣੇ ਸੀ, ਤੇ ਮੈਂ ਸਮਝਦਾ ਕਿ ਕਿਸਾਨਾਂ ਦੇ ਨਾਲ ਪਹਿਲਾਂ ਰਾਏ ਮਸ਼ਵਰਾ ਹੋਣਾ ਜ਼ਰੂਰੀ ਸੀ। ਅਸੀਂ ਜਿਨ੍ਹਾਂ ਲਈ ਕਰ ਰਹੇ ਹਾਂ ਜੇ ਉਹ ਹੀ ਨਹੀਂ ਖੁਸ਼, ਜਿਨ੍ਹਾਂ ਲਈ ਅਸੀਂ ਕਰ ਰਹੇ ਹਾਂ ਜੇ ਉਹ ਹੀ ਨਹੀਂ ਖੁਸ਼, ਤੇ ਫਿਰ ਅਸੀਂ ਕੀ ਕਰਨਾ ਇਹੋ ਜਿਹੇ ਕਾਨੂੰਨ ਤੋਂ? ਇਹ ਕਾਨੂੰਨ ਵਾਕਈ ਖਤਰਨਾਕ ਕਾਨੂੰਨ ਆ, ਜਿਹਦੇ ਨਾਲ ਮੈਂ ਸਮਝਦਾ ਕਿ ਵਪਾਰੀਆਂ ਦੀ ਆਮਦਨ ਤਾਂ ਜ਼ਰੂਰ ਵਧੂਗੀ, ਕਿਸਾਨ ਦੀ ਆਮਦਨ ਜ਼ਰੂਰ ਨਹੀਂ ਵਧਣੀ। ਕਿਉਂਕਿ ਦੇਖੋ ਜਿਨ੍ਹਾਂ ਫਸਲਾਂ ਤੇ MSP ਹੈ ਉਹ ਫਸਲਾਂ ਤਾਂ ਵਿਕਦੀਆਂ, ਜਿਨ੍ਹਾਂ ਤੇ MSP ਹੈ ਨਹੀਂ, ਸਾਡੀਆਂ ਦਾਲਾਂ ਤੇ ਆ, ਹੋਰ ਸਬਜ਼ੀਆਂ ਤੇ ਆ, ਉਹਨਾਂ ਦਾ ਤੁਸੀਂ ਹਾਲ ਦੇਖੋ ਕੀ ਹੁੰਦਾ। ਜਦੋਂ ਆਲੂ ਤੇ MSP ਹੈ ਨਹੀਂ, ਜਦੋਂ ਵਪਾਰੀ ਆਪਦੀ ਮਰਜ਼ੀ ਨਾਲ ਲੈਂਦਾ, ਜਦੋਂ ਲੋੜ ਹੁੰਦੀ ਉਦੋਂ ਲੈ ਲੈਂਦਾ, ਮਹਿੰਗਾ ਲੈ ਲੈਂਦਾ, ਜਦੋਂ ਲੋੜ ਨਹੀਂ ਹੁੰਦੀ ਸਾਨੂੰ ਸਿੱਟਣਾ ਪੈਂਦਾ। ਇਸ ਕਰਕੇ ਮੈਂ ਸਮਝਦਾ ਕਿ ਇਹਦਾ ਮੰਡੀਕਰਨ ਹੋਣਾ ਜ਼ਰੂਰੀ ਚਾਹੀਦਾ। ਸਰਕਾਰਾਂ ਨੂੰ ਚਾਹੀਦਾ ਕਿ ਕਿਸਾਨਾਂ ਨਾਲ ਬੈਠ ਕੇ, ਜਿਹੜੇ ਕਿਸਾਨ ਬੁੱਧੀਜੀਵੀ ਕਿਸਾਨ ਆ, ਉਹਨਾਂ ਦੀ ਇੱਕ ਟੀਮ ਨਾਲ ਬੈਠ ਕੇ ਇਹ ਮਸਲੇ ਦਾ ਹੱਲ ਕਰਨਾ ਚਾਹੀਦਾ। ਔਰ ਟੇਬਲ ਟਾਕ ਹੋਣੀ ਚਾਹੀਦੀ ਹੈ। ਮੈਂ ਸਮਝਦਾ ਕਿ ਟੇਬਲ ਟਾਕ ਹੋ ਕੇ ਇਹ ਮਸਲੇ ਦਾ ਹੱਲ ਕਰਨਾ ਚਾਹੀਦਾ। ਔਰ ਤਾਂ ਜੋ ਇਹੋ ਜਿਹੇ ਅੱਗੇ ਤੋਂ ਵੀ ਕੋਈ ਇਹੋ ਜਿਹੇ ਕਾਨੂੰਨ ਨਾ ਬਣਨ ਜਿਹੜੇ ਕਾਨੂੰਨ ਕਿਸਾਨਾਂ ਨੂੰ ਪਰੇਸ਼ਾਨ ਕਰਨ। ਅੱਜ ਪੂਰਾ ਪੰਜਾਬ ਦੇਖ ਲਓ ਇਸ ਗੱਲ ਦਾ ਵਿਰੋਧ ਕਰ ਰਿਹਾ ਕਿ ਸਾਨੂੰ ਜਿਹੜੇ ਖੇਤੀ ਆਰਡੀਨੈਂਸ ਬਿੱਲ ਸਾਡੇ 'ਤੇ ਥੋਪੇ ਗਏ ਸਾਨੂੰ ਮਨਜ਼ੂਰ ਨਹੀਂ। ਜੇਕਰ ਗੱਲ ਕਰੀਏ ਰਣਸੀ ਕਲਾਂ ਦੀ, ਤਾਂ ਰਣਸੀ ਕਲਾਂ ਦੇ ਵੀ ਕਿਸਾਨ ਬਹੁਤ ਨੇ ਜੋ ਖੇਤੀ ਕਰਦੇ ਨੇ, ਉਹਨਾਂ ਨੇ ਵੀ ਤਾਂ ਇਹਨਾਂ ਦਾ ਵਿਰੋਧ ਕੀਤਾ ਹੋਣਾ, ਤੁਹਾਡੇ ਕੋਲ ਆਏ ਹੋਣੇ ਆ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਸਮਝਾਇਆ ਫਿਰ? ਅਸਲ ਵਿੱਚ ਜੀ ਮੈਂ ਖੁਦ ਕਿਸਾਨ ਅਤੇ ਕਿਸਾਨ ਦਾ ਪੁੱਤ ਹਾਂ। ਔਰ ਸਾਡੇ ਪਿੰਡਾਂ ਦੇ ਵਿੱਚ ਜ਼ਿਆਦਾ ਵਸੋਂ ਜਿਹੜੀ ਹੁੰਦੀ ਹੈ ਕਿਸਾਨਾਂ ਔਰ ਮਜ਼ਦੂਰਾਂ ਦੀ ਹੁੰਦੀ ਹੈ। ਕਿਉਂਕਿ ਜਦੋਂ ਕਿਸਾਨ ਖਤਮ ਹੋ ਗਏ ਤਾਂ ਮਜ਼ਦੂਰ ਨੇ ਆਟੋਮੈਟਿਕ ਹੀ ਖਤਮ ਹੋ ਜਾਣਾ। ਕਿਉਂਕਿ ਜੱਟ ਦਾ ਅਤੇ ਸੀਰੀ ਦਾ ਜਿਹੜਾ ਰਿਸ਼ਤਾ 9 ਮਾਸ ਦਾ ਰਿਸ਼ਤਾ ਹੈ, ਔਰ ਇਹ ਰਿਸ਼ਤਾ ਬੜਾ ਪਵਿੱਤਰ ਰਿਸ਼ਤਾ। ਇਹ ਦੋਨੇ ਹੀ ਜਿਹੜੀਆਂ ਕੈਟਾਗਰੀ ਦੇ ਲੋਕ ਆ ਪਿੰਡਾਂ ਵਿੱਚ ਵੱਸਦੇ ਆ, ਔਰ ਦੋਨੇ ਹੀ ਅੱਜ ਇਹ ਮਹਿਸੂਸ ਕਰ ਰਹੇ ਆ ਕਿ ਯਾਰ ਜਿਹੜਾ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ, ਬਿੱਲ ਬਣਾਏ ਗਏ ਆ, ਇਹ ਵਾਕਈ ਸਾਡੇ ਲਈ ਖਤਰਨਾਕ ਸਿੱਧ ਹੋਣਗੇ। ਔਰ ਮੇਰੇ ਕੋਲੇ ਕਿਸਾਨ ਹਰ ਰੋਜ਼, ਮੈਂ ਕਿਸਾਨਾਂ ਦੇ ਵਿੱਚ ਹੀ ਰਹਿਣਾ ਤੇ ਖੇਤੀ ਕਰਦੇ ਆ, ਤੇ ਜਦੋਂ ਇਹ ਬਿੱਲ ਆਇਆ ਸੀ ਅਸੀਂ ਉਸੇ ਦਿਨ ਤੋਂ ਇਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਔਰ ਪਿਛਲੇ ਦਿਨ ਹੀ ਤੁਸੀਂ ਦੇਖਿਆ ਵੀ ਹੋਊਗਾ ਕਿ ਪਿੰਡ ਰਣਸੀਂਹ ਕਲਾਂ ਦੇ ਵਿੱਚ ਇੱਕ ਬਹੁਤ ਵੱਡੀ ਅਸੀਂ ਗ੍ਰਾਮ ਸਭਾ ਕੀਤੀ ਸੀ, ਜਿਹਦੇ ਵਿੱਚ ਸਾਡੇ ਪੰਜਾਬ ਦੇ MP ਭਗਵੰਤ ਮਾਨ ਜੀ ਹੁਣੀ ਵਿਸ਼ੇਸ਼ ਤੌਰ 'ਤੇ ਉਹ ਸ਼ਿਰਕਤ ਉਹਨਾਂ ਨੇ ਕੀਤੀ। ਅਸੀਂ ਉਸ ਦਿਨ ਵੀ ਇੱਕ ਗ੍ਰਾਮ ਸਭਾ ਦਾ ਮਤਾ ਜਿਹੜਾ ਪਾਇਆ, ਔਰ ਮਤਾ ਪਾ ਕੇ ਅਸੀਂ ਜਿਹੜਾ ਖੇਤੀ ਆਰਡੀਨੈਂਸ ਬਿੱਲ ਆ ਜਿਹੜੇ ਜਾਰੀ ਹੋਏ ਅਸੀਂ ਉਹਦਾ ਵਿਰੋਧ ਕੀਤਾ ਔਰ ਖੰਡਨ ਕੀਤਾ ਸੀ। ਸੋ ਜੇਕਰ ਹੁਣ ਗੱਲ ਕਰੀਏ ਅਸੀਂ ਤੇ ਤੁਹਾਡੇ ਪਿੰਡ ਦੇ ਵਿਕਾਸ ਕਾਰਜਾਂ ਦੀ, ਤੁਹਾਡੇ ਪਿੰਡ ਦੀ ਆਬਾਦੀ ਕਿੰਨੀ ਹੈ ਤੇ ਹੁਣ ਤੱਕ ਕਿੰਨਾ ਖਰਚਾ ਤੁਸੀਂ ਵਿਕਾਸ ਕਾਰਜਾਂ ਤੇ ਕਰ ਚੁੱਕੇ ਹੋ? ਅਸਲ ਜੀ ਸਾਡੀ ਜਿਹੜੀ ਆਬਾਦੀ ਆ 2715 ਮੇਰੇ ਪਿੰਡ ਦੀ ਪਾਪੂਲੇਸ਼ਨ ਹੈ। ਔਰ ਜਿਹੜਾ ਅਸੀਂ ਪਿੰਡ ਦੇ ਵਿਕਾਸ ਕਾਰਜਾਂ ਦੀ ਗੱਲ ਕਰਦੇ ਹਾਂ, ਪਿੰਡ ਦੇ ਵਿਕਾਸ ਕਾਰਜ ਅਸੀਂ 2013 ਤੋਂ ਲੱਗੇ ਹੋਏ ਹਾਂ ਅਸੀਂ ਪਿੰਡ ਦੇ ਵਿਕਾਸ ਕਾਰਜ ਕਰਨ, ਤੇ ਹੁਣ ਤੱਕ ਅਸੀਂ 5 ਕਰੋੜ ਤੋਂ ਉੱਪਰ ਆਪਣੇ ਪਿੰਡ ਰਣਸੀਂਹ ਕਲਾਂ ਤੇ ਜਿਹੜੇ ਅਸੀਂ ਪੈਸਾ ਖਰਚ ਚੁੱਕੇ ਹਾਂ। ਔਰ ਮੈਨੂੰ ਬਹੁਤ ਖੁਸ਼ੀ ਆ ਕਿ ਜਿਹੜੇ ਸੁਪਨੇ ਮੈਂ ਆਪਣੇ ਸਜਾਏ ਸੀ, ਉਹਨਾਂ ਸੁਪਨਿਆਂ ਨੂੰ ਮੇਰੇ ਪਿੰਡ ਦੇ ਰੱਬ ਵਰਗੇ ਲੋਕਾਂ ਨੇ ਮੇਰੀਆਂ ਅੱਖਾਂ ਵਿੱਚ ਦੇਖਿਆ। ਉਹਨਾਂ ਸੁਪਨਿਆਂ ਨੂੰ ਹਕੀਕਤ ਦੇ ਵਿੱਚ ਬਦਲਣ ਦੀ ਖਾਤਰ ਉਹਨਾਂ ਨੇ ਮੇਰੇ ਨਾਲ ਮੋਢਾ ਲਾ ਕੇ ਕਦਮ ਨਾਲ ਕਦਮ ਲਾ ਕੇ ਚੱਲੇ, ਜਿਹਦੇ ਕਰਕੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਪਿੰਡ ਰਣਸੀਂਹ ਕਲਾਂ ਖੂਬਸੂਰਤ ਪਿੰਡ ਬਣਿਆ। ਔਰ ਆਉਣ ਵਾਲੇ ਸਮੇਂ 'ਚ ਅਸੀਂ ਇਹੋ ਜਿਹੇ ਕੰਮ ਜਿਹੜੇ ਆਉਣ ਵਾਲੇ ਸਮੇਂ 'ਚ ਕਰ ਰਹੇ ਹਾਂ ਕਿ ਜਿਹੜੇ ਕੰਮਾਂ ਤੋਂ ਮੈਂ ਸਮਝਦਾ ਕਿ ਪੂਰਾ ਦੇਸ਼ ਉਹ ਗੱਲਾਂ ਤੋਂ ਸਿੱਖੂਗਾ ਕਿ ਰਣਸੀਂਹ ਕਲਾਂ ਜੇ ਇਹ ਕੰਮ ਕਰ ਸਕਦਾ ਕਿ ਸਰਕਾਰਾਂ ਨੂੰ ਕਿਉਂ ਨਹੀਂ ਕਰ ਸਕਦੀਆਂ। ਅਸੀਂ ਇਹੋ ਜਿਹੇ ਨਿਵੇਕਲੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਕਰ ਰਹੇ ਹਾਂ ਜੀ। ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਅਸੀਂ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰਾ ਵਿਕਾਸ ਕਾਰਜ ਕਰਵਾਇਆ, ਇਹਦੇ ਵਿੱਚ ਸਰਕਾਰ ਦਾ ਕਿੰਨਾ ਕੁ ਸਹਿਯੋਗ ਰਿਹਾ ਤੁਹਾਨੂੰ? ਉਹਨਾਂ ਨੇ ਮੈਨੂੰ ਹੁਣ ਤੱਕ ਮੇਰੇ ਪਿੰਡ ਨੂੰ ਸਿਰਫ 20% ਹੀ ਜਿਹੜੀ ਯੋਗਦਾਨ ਸਾਨੂੰ ਮਦਦ ਹੁਣ ਤੱਕ ਦੇ ਵਿਕਾਸ ਕਾਰਜਾਂ ਵਿੱਚ ਮਿਲੀ ਆ, ਔਰ 80% ਜਿਹੜਾ ਯੋਗਦਾਨ ਆ ਮੇਰੇ ਪਿੰਡ ਦੇ ਰੱਬ ਵਰਗੇ ਲੋਕਾਂ ਦਾ। ਔਰ ਮੈਨੂੰ ਨਾਲ ਹੀ ਖੁਸ਼ੀ ਹੈ ਕਿ ਜਿੱਥੇ ਸਰਕਾਰ ਮੇਰੇ ਪਿੰਡ ਪ੍ਰਤੀ ਉਹਨਾਂ ਦਾ ਨਜ਼ਰੀਆ ਪੁੱਠਾ ਹੈ,
ਪਰ ਉੱਥੇ ਜਿਹੜੇ ਸਰਕਾਰੀ ਨੁਮਾਇੰਦੇ ਆ ਉਹ ਸਾਡੇ ਮੋਗੇ ਦੇ ਡੀਸੀ ਸਾਹਿਬ ਹੋਣ, ਏਡੀਸੀ ਸਾਹਿਬ ਹੋਣ, ਮੇਰੇ ਬੀਡੀਪੀਓ ਗੁਰਪਾਲ ਸਿੰਘ ਹੋਣ ਨਿਹਾਲ ਸਿੰਘ ਵਾਲੇ, ਮੇਰੇ ਸੈਕਟਰੀ ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਹੋਣੀ, ਉਹ ਜਿਹੜੀ ਸਾਰੀ ਟੀਮ ਹੈ ਉਹ ਮੇਰੇ ਨਾਲ ਇੱਕ ਹਮਦਰਦੀ ਤੌਰ ਤੇ ਇੱਕ ਮੇਰੇ ਨਾਲ ਮੋਢਾ ਜੋੜ ਕੇ ਤੁਰਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਮਿੰਟੂ ਜਿਹੜੇ ਕੰਮ ਕਰ ਰਿਹਾ ਉਹ ਆਪਣੇ ਪਿੰਡ ਲਈ ਕਰ ਰਿਹਾ ਔਰ ਸਾਡੇ ਸਮਾਜ ਲਈ ਕਰ ਰਿਹਾ, ਸਾਡੇ ਪੰਜਾਬ ਲਈ ਕਰ ਰਿਹਾ, ਕਿਉਂਕਿ ਅਸੀਂ ਉਹ ਕੰਮ ਕਰਦੇ ਹਾਂ ਜਿਹੜੇ ਦੇਸ਼ ਨਹੀਂ ਕੰਮ ਕਰਦਾ। ਅਸੀਂ ਇਹੋ ਜਿਹੇ ਨਿਵੇਕਲੇ ਕੰਮ ਕਰਦੇ ਹਾਂ, ਜਿਵੇਂ ਇੱਕ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਸੀ 2 ਅਕਤੂਬਰ ਨੂੰ ਗਾਂਧੀ ਜਯੰਤੀ ਵਾਲੇ ਦਿਨ 2019 ਚ ਕਿ ਦੇਸ਼ ਨੂੰ ਪਲਾਸਟਿਕ ਮੁਕਤ ਕਰਨਾ, ਉਹ ਕੱਲੇ ਨਾਅਰੇ ਮਾਰੇ ਗਏ, ਸਲੋਗਨ ਲਿਖੇ ਗਏ ਕੰਧਾਂ ਤੇ, ਪਰ ਕੁਝ ਨਹੀਂ ਇਹੋ ਜਿਹਾ ਹੋਇਆ। ਕਿਤੇ ਆਪਾਂ ਨੂੰ ਦੇਖਿਆ ਨਹੀਂ ਤੁਸੀਂ ਕੋਈ ਵੀ ਪਲਾਸਟਿਕ ਮੁਕਤ ਅੱਜ ਦੇਸ਼ ਹੋ ਰਿਹਾ। ਪਰ ਰਣਸੀਂਹ ਕਲਾਂ ਕੱਲੇ ਨਾਅਰੇ ਮਾਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਇਹ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ। ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਪਿਛਲੇ ਸਾਲ 2019 ਦੇ ਵਿੱਚ। ਅਸੀਂ ਪਿੰਡ ਦੇ ਲੋਕਾਂ ਨੂੰ ਆਖਿਆ ਤੁਸੀਂ ਸਾਡੇ ਕੋਲੇ ਗੰਦੇ ਲਿਫਾਫੇ ਲੈ ਕੇ ਆਓ, ਪਲਾਸਟਿਕ ਦੀਆਂ ਬੋਤਲਾਂ ਲੈ ਕੇ ਆਓ, ਹੋਰ ਪਲਾਸਟਿਕ ਦਾ ਨਿੱਕਾ ਸਮਾਨ ਜਿਹੜਾ ਕਚਰੇ ਦਾ ਰੂਪ ਧਾਰਨ ਕਰਦਾ ਉਹ ਸਾਡੇ ਕੋਲੇ ਲੈ ਕੇ ਆਓ, ਤੁਹਾਨੂੰ ਉਹਦੇ ਬਦਲ ਦੇ ਵਿੱਚ ਅਸੀਂ ਖੰਡ ਦੇਵਾਂਗੇ। ਇਸ ਵਾਰ ਅਸੀਂ ਉਹਦੇ ਵਿੱਚ ਹੋਰ ਵਾਧਾ ਕਰਤਾ ਕਿ ਮੇਰੇ ਬਹੁਤ ਸਾਰੇ ਬੁੱਧੀਜੀਵੀ ਜਿਹੜੇ ਮੇਰੇ ਦੋਸਤ ਉਹਨਾਂ ਨੇ ਮੈਨੂੰ ਆਖਿਆ ਕਿ ਜਿਹੜੀ ਸ਼ੂਗਰ ਹੈ ਇਹ ਵੀ ਇੱਕ ਜ਼ਹਿਰ ਹੈ, ਇਸ ਕਰਕੇ ਆਪਾਂ ਲੋਕਾਂ ਨੂੰ ਇਹਦੇ ਪਾਸਿਓਂ ਵੀ ਹੌਲੀ ਠਾਉਣਾ ਹੈ। ਇਸ ਕਰਕੇ ਅਸੀਂ ਐਤਕੀ ਨਾਲ ਖੰਡ ਦੇ ਨਾਲ ਗੁੜ ਜੋੜਤਾ, ਗੁੜ ਦੇ ਨਾਲ ਅਸੀਂ ਕਣਕ ਜੋੜਤੀ, ਕਣਕ ਦੇ ਨਾਲ ਚਾਵਲ ਜੋੜਤੇ ਕਿ ਜਿਹੜਾ ਕੋਈ ਬੰਦਾ ਜੇ ਖੰਡ ਨਹੀਂ ਲੈਣੀ ਚਾਹੁੰਦੇ ਉਹ ਚੌਲ ਲੈ ਲਓ, ਚੌਲ ਨਹੀਂ ਲੈਣਾ ਚਾਹੁੰਦਾ ਗੁੜ ਲੈ ਲਓ, ਗੁੜ ਨਹੀਂ ਲੈਣਾ ਚਾਹੁੰਦਾ ਕਣਕ ਲੈ ਲਓ, ਪਰ ਸ਼ਰਤ ਇੱਕੋ ਹੀ ਸਾਨੂੰ ਆਪਦੇ ਗੰਦੇ ਲਿਫਾਫੇ ਪਲਾਸਟਿਕ ਦੀਆਂ ਬੋਤਲਾਂ ਸਾਨੂੰ ਦੇ ਜਾਓ, ਪਲਾਸਟਿਕ ਇਹਦੇ ਬਦਲ ਦੇ ਵਿੱਚੋਂ ਸਾਡੇ ਤੋਂ ਲੈ ਜਾਓ। ਤੁਸੀਂ ਸਾਡੇ ਕੋਲੇ ਆਓ, ਝੋਲੇ ਵੀ ਸਾਡੇ, ਖੰਡ ਵੀ ਸਾਡੀ। ਇੱਕ ਬਹੁਤ ਵੱਡੀ ਮੈਂ ਸਮਝਦਾ ਕਿ ਪੰਜਾਬੀ ਟ੍ਰਿਬਿਊਨ ਦੇ ਜਿਹੜੇ ਚਰਨਜੀਤ ਭੁੱਲਰ ਆ ਪੱਤਰਕਾਰ ਆ, ਉਹਨਾਂ ਨੇ ਖਬਰ ਲਾਈ ਸੀ ਕਿ ਰਣਸੀਂਹ ਕਲਾਂ ਇੱਕ ਨਿਵੇਕਲੇ ਕੰਮ ਕਰ ਰਿਹਾ, ਝੋਲੇ ਵੀ ਦਿੰਦਾ ਨਾਲ ਖੰਡ ਵੀ ਦਿੰਦਾ, ਪਰ ਸ਼ਰਤ ਇਹ ਆ ਵੀ ਪਲਾਸਟਿਕ ਉਹ ਲੈਂਦਾ। ਇਹ ਇੱਕ ਵੱਡੀਆਂ ਜਿਹੜੀਆਂ ਸਾਡੀਆਂ ਨਿਵੇਕਲੀਆਂ ਪੈੜਾਂ ਸਾਡੇ ਦੇਸ਼ ਦੇ ਵਿੱਚ ਅਸੀਂ ਰਣਸੀਂਹ ਕਲਾਂ ਪਾ ਰਹੇ ਹਾਂ। ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ। ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਤੁਸੀਂ ਪਲਾਸਟਿਕ ਦਾ ਸਮਾਨ ਸਾਰਾ ਆਪ ਰੱਖਦੇ ਸੀ ਤੇ ਇਸ ਬਦਲੇ ਵਿੱਚ ਲੋਕਾਂ ਨੂੰ ਜਿਹੜਾ ਸੀ ਖਾਣ ਪੀਣ ਦਾ ਸਮਾਨ ਦਿੰਦੇ ਸੀ, ਫਿਰ ਤੁਸੀਂ ਉਸ ਪਲਾਸਟਿਕ ਨੂੰ ਕਿਸ ਤਰ੍ਹਾਂ ਜਿਹੜੇ ਖਤਮ ਕਰਦੇ ਸੀਗੇ? ਅਸੀਂ ਜਿਹੜੀ ਉਹ ਪਲਾਸਟਿਕ ਆ ਜੀ ਉਹ ਅਸੀਂ ਆਪਦੇ ਕੋਲੇ ਰੱਖ ਲੈਂਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਇੱਕ ਲੁਧਿਆਣੇ ਦੀ ਇੱਕ ਵੱਡੀ ਫੈਕਟਰੀ ਆ ਜਿਹਦਾ ਨਾਮ ਪ੍ਰਵਰਤਨ ਫੈਕਟਰੀ ਆ, ਅਸੀਂ ਉਹਨੂੰ ਰੀਸਾਈਕਲ ਕਰਨ ਲਈ ਅਸੀਂ ਉਹਨੂੰ ਦੇ ਦਿੰਦੇ ਹਾਂ, ਉਹ ਅੱਗੇ ਉਹਨੂੰ ਹੋਰ ਆਪਦੇ ਕੰਮਾਂ ਲਈ ਯੂਜ਼ ਕਰ ਲੈਂਦਾ ਜੀ। ਤੇ ਜੇਕਰ ਹੁਣ ਗੱਲ ਕਰੀਏ ਤੁਹਾਡੀ ਸਕੀਮਾਂ ਬਹੁਤ ਸਾਰੀਆਂ ਚੱਲ ਰਹੀਆਂ ਨੇ ਪਿੰਡ ਦੇ ਵਿੱਚ, ਵਿਧਵਾ ਪੈਨਸ਼ਨ ਸਕੀਮ ਜਿਸ ਤਰ੍ਹਾਂ ਕਿ ਜਾਂ ਬਜ਼ੁਰਗਾਂ ਦੀ ਪੈਨਸ਼ਨ ਤੁਸੀਂ ਲਗਾਈ ਹੋਈ ਹੈ। ਆਮ ਤੌਰ ਤੇ ਪਹਿਲਾਂ ਅਸੀਂ ਬਜ਼ੁਰਗਾਂ ਦੇ ਨਾਲ ਪਹਿਲਾਂ ਗੱਲ ਕੀਤੀ ਸੀ ਤਾਂ ਉਹ ਕਹਿੰਦੇ ਸੀ ਕਿ ਸਾਨੂੰ ਜਦੋਂ ਅਸੀਂ ਪੈਨਸ਼ਨ ਲੈਣ ਜਾਂਦੇ ਸੀ ਸਾਨੂੰ ਲੰਬੀਆਂ ਕਤਾਰਾਂ ਵਿੱਚ ਖੜਾ ਹੋਣਾ ਪੈਂਦਾ ਸੀ, ਤੇ ਹੁਣ ਤੁਸੀਂ ਸਾਡਾ ਸਹਿਯੋਗ ਬਹੁਤ ਵਧੀਆ ਤਰੀਕੇ ਨਾਲ ਦਿੰਦੇ ਹੋ। ਅਸਲ ਵਿੱਚ ਜੀ ਜਿਹੜੀਆਂ ਨਾ ਪੈਨਸ਼ਨਾਂ ਸਰਕਾਰ ਵੱਲੋਂ ਲਾਈਆਂ ਜਾਂਦੀਆਂ, ਕਿਉਂਕਿ ਇਹਦੀ ਇੱਕ ਉਮਰ ਤੇ ਨਿਰਧਾਰਤ ਹੁੰਦੀ ਹੈ ਕਿ ਇੰਨੀ ਔਰਤ ਦੀ 58 ਸਾਲ ਅਤੇ ਜਿਹੜੀ ਜੈਂਟਸ ਦੀ ਉਹ 65 ਸਾਲ ਦੀ ਉਮਰ ਤੱਕ। ਪਰ ਮੈਂ ਸਮਝਦਾ ਕਿ ਅੱਜ ਉਮਰ ਏਜ ਹੀ ਦਿਨੋਂ ਦਿਨ ਸਾਡੇ ਸਮਾਜ ਦੇ ਵਿੱਚ ਖਾਣ ਪੀਣ ਦੇ ਕਾਰਨ, ਵਾਤਾਵਰਨ ਦੇ ਕਾਰਨ ਘਟ ਰਹੀ ਹੈ। ਉਮਰ ਤੋਂ ਪਹਿਲਾਂ ਹੀ ਲੋਕ ਬੁੱਢੇ ਹੋ ਰਹੇ ਆ, ਪਹਿਲਾਂ ਹੀ ਉਮਰ ਤੋਂ ਪਹਿਲਾਂ ਇਸ ਦੁਨੀਆ ਦੇ ਵਿੱਚੋਂ ਕੂਚ ਕਰ ਰਹੇ ਆ, ਔਰ ਉਦੋਂ ਪਹਿਲਾਂ ਉਹਨਾਂ ਨੂੰ ਬਹੁਤ ਮਜਬੂਰੀਆਂ ਹੁੰਦੀਆਂ ਗਰੀਬ ਲੋਕਾਂ ਨੂੰ ਕਿ ਉਹਨਾਂ ਨੂੰ ਦਵਾਈ ਲਈ ਪੈਸੇ ਉਹਨਾਂ ਨੂੰ ਚਾਹੀਦੇ ਆ, ਉਹਨਾਂ ਨੂੰ ਆਪਣੇ ਹੋਰ ਨਿੱਜੀ ਕੰਮਾਂ ਲਈ ਪੈਸੇ ਚਾਹੀਦੇ ਆ, ਪਰ ਸਰਕਾਰ ਉਹਨਾਂ ਦੀ ਕੋਈ ਵਾਹ ਨਹੀਂ ਖੜਦੀ। ਲੋਕਾਂ ਦੀ ਜਾਣੀਆਂ ਜੁੱਤੀਆਂ ਟੁੱਟ ਜਾਂਦੀਆਂ, ਘਾਹ ਜਾਂਦੀਆਂ, ਠੇਡੇ ਖਾਂਦੇ ਜਾਂਦੀਆਂ, ਪਰ ਉਹਨਾਂ ਦੀ ਪੈਨਸ਼ਨ ਨਹੀਂ ਲੱਗਦੀ। ਬੇਸ਼ੱਕ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਲੰਮੇ ਚਿਰ ਤੋਂ ਅਸੀਂ ਆਪ ਜਾਣੀ ਦਫ਼ਤਰਾਂ ਵਿੱਚ ਜਾ ਕੇ ਪੈਨਸ਼ਨਾਂ ਲੋਕਾਂ ਦੀਆਂ ਲਵਾਉਣੇ ਆ, ਪਰ ਮੈਂ ਦੇਖਿਆ ਕਿ ਜਿਹੜੇ ਹਜੇ ਤੱਕ ਵੀ ਬਹੁਤ ਲੰਮੇ ਚਿਰ ਤੋਂ ਉਹਨਾਂ ਦੀਆਂ ਪੈਨਸ਼ਨਾਂ ਨਹੀਂ ਲੱਗੀਆਂ, ਉਹਨਾਂ ਲੋਕਾਂ ਨੂੰ ਅਸੀਂ ਜਿਹੜੇ ਗ੍ਰਾਮ ਸਭਾ ਦੇ ਮੈਂਬਰ ਆ ਉਹਨਾਂ ਲਈ ਇੱਕ ਨਿਵੇਕਲੀ ਅਸੀਂ ਜਿਹੜੀ ਸਕੀਮ ਸ਼ੁਰੂ ਕੀਤੀ ਆ। ਜਿਹੜੇ ਗ੍ਰਾਮ ਸਭਾ ਦੇ ਮੈਂਬਰ ਆ ਉਹਨਾਂ ਨੂੰ ਅਸੀਂ ਜਿਹੜੀ ਕਿ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਆ। ਇਸੇ ਤਰ੍ਹਾਂ ਹੀ ਅਸੀਂ ਇੱਕ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਆ। ਅਸੀਂ ਉਸ ਲੋੜਵੰਦ ਵਿਅਕਤੀ ਤੋਂ 1 ਰੁਪਈਆ ਲਵਾਂਗੇ, 1 ਰੁਪਈਏ ਦੇ ਵਿੱਚ ਅਸੀਂ 1 ਲੱਖ ਰੁਪਏ ਦਾ 1 ਲੱਖ ਰੁਪਏ ਦਾ ਅਸੀਂ ਉਹਨਾਂ ਦਾ ਸਿਹਤ ਬੀਮਾ ਯੋਜਨਾ ਕਰਾਂਗੇ। ਉਹਦੀ 1 ਸਾਲ ਦੀ ਮਿਆਦ ਹੋਊ। ਜੇ ਉਸ ਵਿਅਕਤੀ ਨੂੰ ਕੋਈ ਵੀ ਐਕਸੀਡੈਂਟ ਜਾਂ ਕੋਈ ਹੋਰ ਮੇਜਰ ਬਿਮਾਰੀ ਲੱਗਦੀ ਆ, ਉਹ ਕਿਸੇ ਵੀ ਹਸਪੀਟਲ ਦੇ ਵਿੱਚ ਦਾਖਲ ਹੋ ਸਕਦਾ। ਗ੍ਰਾਮ ਪੰਚਾਇਤ ਰਣਸੀਂਹ ਕਲਾਂ ਉਹਦਾ 1 ਲੱਖ ਰੁਪਏ ਤੱਕ ਜਿਹੜਾ ਇਲਾਜ ਫ੍ਰੀ ਕਰਾਊ। ਇਸੇ ਤਰ੍ਹਾਂ ਅਸੀਂ ਨਿਵੇਕਲੇ ਕੰਮ ਜਿਹੜੇ ਆ ਸਮੇਂ ਸਿਰ ਕਰ ਰਹੇ ਹਾਂ, ਤੇ ਰਣਸੀਂਹ ਕਲਾਂ ਹੁਣ ਨਿਵੇਕਲਿਆਂ ਗੱਲਾਂ ਕਰ ਰਿਹਾ, ਜਿਹਦੇ ਕਰਕੇ ਅੱਜ ਡੇਲੀ ਪੋਸਟ ਦੀ ਟੀਮ ਅੱਜ ਰਣਸੀਂਹ ਕਲਾਂ ਵਿੱਚ ਆਈ ਹੈ, ਸ਼ਿਰਕਤ ਕੀਤੀ ਹੈ। ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ। ਜੇਕਰ ਗੱਲ ਕਰੀਏ ਪਿੰਡ ਦੇ ਲੋਕਾਂ ਦੀ, ਤਾਂ ਤੁਹਾਡੇ ਤੇ ਵਿਸ਼ਵਾਸ ਜਤਾਇਆ ਗਿਆ ਜਦੋਂ ਤੁਸੀਂ ਕੈਨੇਡਾ ਤੋਂ ਵਾਪਸ ਪੰਜਾਬ ਆ ਗਏ। ਪੰਜਾਬ ਆਏ, ਤੁਸੀਂ ਆ ਕੇ ਕਿਹਾ ਕਿ ਮੈਂ ਉੱਥੋਂ ਦੀ ਨੁਹਾਰ ਦੇਖੀ, ਲੋਕ ਜਿਹੜੇ ਨੇ ਆਪਣੇ ਦੇਸ਼ ਨੂੰ ਖੂਬਸੂਰਤ ਰੱਖਦੇ ਨੇ, ਉਹਨਾਂ ਦੀ ਖੂਬਸੂਰਤੀ ਤੇ ਪਹਿਲ ਕਦਮੀ ਕਰਦੇ ਨੇ। ਫਿਰ ਤੁਸੀਂ ਕੈਨੇਡਾ ਛੱਡ ਕੇ ਪੰਜਾਬ ਆ ਜਾਂਦੇ ਹੋ। ਪੰਜਾਬ ਆ ਕੇ ਤੁਸੀਂ ਆਪਣੇ ਪਿੰਡ ਦੀ ਸਭ ਤੋਂ ਪਹਿਲਾਂ ਨੁਹਾਰ ਬਦਲਣ ਦੀ ਸੋਚ ਰੱਖਦੇ ਹੋ। ਜਦੋਂ ਸੋਚ ਰੱਖੀ ਸੀ, ਤੁਸੀਂ ਸੋਚਿਆ ਸੀ ਕਿ ਮੈਂ ਇੱਦਾਂ ਕਰਾਂਗਾ, ਸਰਪੰਚ ਦੀ ਚੋਣ ਲੜਾਂਗਾ ਤੇ ਹੁਣ ਵਿਕਾਸ ਕਾਰਜ ਕਰਵਾਉਣੇ ਨੇ, ਕਿ ਵਾਕਈ ਲੋਕਾਂ ਨੇ ਤੁਹਾਡੇ ਤੇ ਭਰੋਸਾ ਜਤਾਇਆ ਕਿ ਛੋਟੀ ਉਮਰ ਦਾ ਨੌਜਵਾਨ ਇਹ ਵਾਕਈ ਕਰ ਸਕਦਾ, ਜੋ ਸਾਡੇ ਬਜ਼ੁਰਗ ਸਰਪੰਚ ਨੇ ਉਹ ਨਹੀਂ ਕਰ ਪਾਏ, ਇੰਨੇ ਲੰਬੇ ਸਮੇਂ ਤੋਂ ਸਰਪੰਚੀ ਕਰ ਰਹੇ ਸੀ?
ਹਾਂ, ਪੰਜਾਬੀ ਦੇ ਗਾਇਕ ਨੇ ਬੜੇ ਸਾਡੇ ਅਜੀਜ਼ ਨੇ, ਬੜੇ ਸਤਿਕਾਰਯੋਗ ਨੇ, ਗੁਰਦਾਸ ਮਾਨ ਜੀ। ਤੇ ਉਹਨਾਂ ਦਾ ਇੱਕ ਗੀਤ ਆ ਕਿ ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀ ਲਾਉਣ ਦੀਆਂ, ਕੌਣ ਭੁਲਾਊ ਗੱਲਾਂ ਯਾਰੀ ਲਾਉਣ ਦੀਆਂ। ਕਹਿੰਦਾ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ। ਹਰੇਕ ਪੰਜਾਬੀ ਨੂੰ, ਉਹ ਬੇਸ਼ੱਕ ਕੈਨੇਡਾ ਦੀ ਧਰਤੀ ਤੇ ਬੈਠਾ, ਬੇਸ਼ੱਕ ਉਹ ਅਮਰੀਕਾ ਦੀ ਧਰਤੀ ਤੇ ਬੈਠਾ, ਉਹ ਕਿਸੇ ਵੀ ਵਿਦੇਸ਼ ਦੀ ਧਰਤੀ ਤੇ ਬੈਠਾ, ਉਹਨੂੰ ਸੁੱਤੇ ਪਿਆ ਨੂੰ ਸੁਪਨੇ ਆਪਦੀਆਂ ਪਿੰਡ ਦੀਆਂ ਗਲੀਆਂ ਦੇ ਆਉਂਦੇ ਆ। ਉਹਨਾਂ ਦੀ ਦਿਲ ਦੀ ਧੜਕਣ ਦੇ ਵਿੱਚ ਅੱਜ ਵੀ ਪਿੰਡ ਦੀਆਂ ਗਲੀਆਂ ਦੀ ਯਾਦ ਉਹਨੂੰ ਸਤਾਉਂਦੀ ਆ। ਔਰ ਮੈਂ ਸਮਝਦਾ ਕਿ ਹਰੇਕ ਪਿੰਡ ਦਾ ਬੰਦਾ, ਪੰਜਾਬ ਦਾ ਬੰਦਾ ਆਪਣੇ ਪੰਜਾਬ ਨਾਲ, ਆਪਣੇ ਪਿੰਡ ਨਾਲ ਜੁੜਿਆ ਹੋਇਆ। ਉਸੇ ਤਰ੍ਹਾਂ ਮੈਂ ਵੀ ਆਪਣੇ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਸੀ। ਵਿਦੇਸ਼ ਦੀ ਧਰਤੀ ਉੱਤੇ ਮੈਨੂੰ ਜਾਣ ਦਾ ਸਬੱਬ ਮਿਲਿਆ ਕੈਨੇਡਾ ਦੇ ਵਿੱਚ। ਉੱਥੇ ਦੇਖ ਕੇ ਆਇਆ, ਬਹੁਤ ਸੋਹਣਾ ਦੇਸ਼ ਆ, ਜੰਨਤ ਵਰਗਾ ਦੇਸ਼ ਆ, ਜਿੱਥੇ ਚਾਰੇ ਪਾਸੇ ਸਫਾਈ ਆ, ਜਿੱਥੇ ਚਾਰੇ ਪਾਸੇ ਹਰਿਆਲੀ ਆ, ਜਿੱਥੇ ਮਨੁੱਖਤਾ ਨੂੰ ਪਿਆਰ ਕੀਤਾ ਜਾਂਦਾ। ਔਰ ਮੈਂ ਸਮਝਦਾ ਵੀ ਉਹ ਗੱਲਾਂ ਨੇ ਮੈਨੂੰ ਪ੍ਰਭਾਵਿਤ ਕੀਤਾ। ਪਰ ਦੂਜੇ ਪਾਸੇ ਜਿਹੜਾ ਸੁੱਖ ਸੱਜੂ ਦੇ ਚੁਬਾਰੇ ਉਹ ਬਲਖ ਨਾ ਵਿਖਾਰੇ, ਜਿਹੜਾ ਸੁੱਖ ਮੇਰੇ ਪਿੰਡ ਦੇ ਵਿੱਚ ਹੈ, ਮੈਂ ਸਮਝਦਾ ਕੋਈ ਵਿਦੇਸ਼ਾਂ ਵਿੱਚ ਨਹੀਂ ਸੀ। ਔਰ ਪਿੰਡ ਦੀ ਮਿੱਟੀ ਮੈਨੂੰ ਆਵਾਜ਼ਾਂ ਮਾਰਦੀ ਸੀ ਵਾਰ-ਵਾਰ ਕਿ ਆ ਕੇ ਮੇਰੇ ਲਈ ਕੁਝ ਕਰ। ਤੇ ਉਹ ਮੇਰੇ ਸਿਰ ਤੇ ਜਿਹੜਾ ਕਰਜ਼ਾ ਸੀ ਆਪਣੀ ਮਿੱਟੀ ਮਾਂ ਦਾ, ਆਪਣੇ ਪਿੰਡ ਦਾ, ਉਹਨੂੰ ਮੈਂ ਲਾਹੁਣ ਦੀ ਖਾਤਰ ਆਪਣੇ ਪਿੰਡ ਰਣਸੀਂਹ ਕਲਾਂ ਵਿੱਚ ਵਾਪਸ ਆਇਆ। ਔਰ ਪਿੰਡ ਦਾ ਸਰਪੰਚ ਬਣ ਕੇ ਉਹਨੂੰ ਮੈਂ ਕਿਸ਼ਤਾਂ ਦੇ ਰੂਪ ਵਿੱਚ ਲਾਹੁਣ ਦੀ ਮੈਂ ਜਿਹੜਾ ਕੰਮ ਸ਼ੁਰੂ ਕੀਤਾ। ਅਸੀਂ ਸਟੈਪ ਬਾਈ ਸਟੈਪ ਆਪਣੇ ਪਿੰਡ ਦਾ ਕੰਮ ਕਰ ਰਹੇ ਹਾਂ। ਔਰ ਮੈਨੂੰ ਖੁਸ਼ੀ ਆ ਕਿ ਇਹ ਸਾਰਾ ਕੁਝ ਮੇਰੇ ਰੱਬ ਨੇ ਔਰ ਨੀਲੀ ਛਤਰੀ ਵਾਲੇ ਨੇ ਮੈਨੂੰ ਬਖਸ਼ਿਆ। ਔਰ ਮੇਰੇ ਸਰੀਰ ਨੂੰ ਵਰਤ ਕੇ ਅੱਜ ਇਹੋ ਜਿਹਾ ਮੈਨੂੰ ਮਾਣ ਜਿਹੜਾ ਮਿਲ ਰਿਹਾ, ਮੈਂ ਸਮਝਦਾ ਕਿ ਇਹ ਸਾਰਾ ਉਸ ਨੀਲੀ ਛਤਰੀ ਵਾਲੇ ਵਾਹਿਗੁਰੂ ਦੀ ਕਿਰਪਾ ਨੇ ਕਰਕੇ। ਸਭ ਤੋਂ ਪਹਿਲਾਂ ਤੁਸੀਂ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਸੀ, ਤਾਂ ਉਸ ਦੌਰਾਨ ਬਹੁਤ ਸਾਰਾ ਖਰਚਾ ਵੀ ਆਇਆ ਸੀ। ਉਸ ਦੌਰਾਨ ਤੁਹਾਡੇ ਕੋਲ ਗ੍ਰਾਂਟ ਸੀ ਜਾਂ ਫਿਰ ਲੋਕਾਂ ਦੀ ਮਦਦ ਨਾਲ ਹੀ ਕੰਮ ਸ਼ੁਰੂ ਹੋਇਆ ਸੀ? ਅਸਲ ਵਿੱਚ ਜੀ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਸਾਫ਼ ਕਰ ਚੁੱਕਿਆ ਕਿ ਹੁਣ ਜਿਹੜਾ ਸਾਡੇ ਵਿਕਾਸ ਕਾਰਜ, ਜਿਹੜੇ ਸਾਡਾ ਬਹੁਤ ਵੱਡਾ ਵਿਕਾਸ ਕਾਰਜ ਆ। ਔਰ ਜਦੋਂ ਮੈਂ ਇਹਦੀ ਇੱਕ ਕਿਤਾਬ ਵੀ ਲਿਖ ਰਿਹਾ, ਉਹਦੇ ਵਿੱਚ ਮੈਂ ਸਾਰਾ ਇਹ ਜ਼ਿਕਰ ਵੀ ਕਰਨਾ ਕਿ ਇਹ ਕਿਵੇਂ ਕੰਮ ਸ਼ੁਰੂ ਹੋਇਆ, ਕਿਸ ਢੰਗ ਨਾਲ ਕੰਮ ਸ਼ੁਰੂ ਹੋਇਆ। ਔਰ ਤੁਸੀਂ ਹੈਰਾਨ ਹੋਵੋਗੇ, ਜਿਸ ਦਿਨ ਮੈਂ ਕੰਮ ਸ਼ੁਰੂ ਕੀਤਾ ਸੀ ਪਹਿਲੀ ਵਾਰ ਮੇਰੇ ਕੋਲ ਪੈਸੇ ਲਿਆਉਣ ਨੂੰ, ਪੈਪ ਖਰੀਦਣ ਨੂੰ ਪੈਸੇ ਹੈ ਨਹੀਂ ਸੀ। ਔਰ ਜਿਸ ਦਿਨ ਇਹ ਖਰੀਦਿਆ, ਔਰ ਜਿਵੇਂ ਜਿਵੇਂ ਸਾਡੇ ਉਹ ਜਿੱਦਣ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਤੇ ਸਰਦਾਰ ਜਮੇਰ ਸਿੰਘ ਚੱਕਰ ਹੋਣਾ ਨੇ ਮੇਰੇ ਪਿੰਡ ਸੀਵਰੇਜ ਦਾ ਟੱਕ ਲਾਉਣ ਲਈ ਆਉਣਾ ਸੀ, ਤੇ ਮੈਨੂੰ ਫਿਕਰ ਹੋ ਰਿਹਾ ਸੀ ਕਿ ਯਾਰ ਮੈਨੂੰ ਭੁੱਖ ਲੱਗਣੋਂ ਹਟ ਗਈ ਕਿ ਯਾਰ ਕੀ ਬਣੂਗਾ, ਪੈਸੇ ਕੋਲੇ ਹੈ ਨਹੀਂ, ਕੰਮ ਪੁੱਠਾ ਕਰ ਲਿਆ। ਜਿਵੇਂ ਮੁਹੰਮਦ ਸਦੀਕ ਕਹਿੰਦਾ ਪੁੱਠਾ ਪੰਗਾ ਲੈ ਲਿਆ ਜਿੱਟ ਕੇ ਬੋਕ ਦੇ ਸਿੰਘਾਂ ਨੂੰ ਹੱਥ ਲਾ ਕੇ, ਉਵੇਂ ਮੈਨੂੰ ਐਂ ਲੱਗੇ ਵੀ ਯਾਰ ਇਹ ਕੀ ਕਰ ਬੈਠਾ, ਵੀ ਵਾਕਈ ਵੱਡਾ ਕੰਮ ਆ ਤੇ ਔਖਾ ਕੰਮ ਆ ਕਿ ਸਰਕਾਰ ਕੋਲੇ, ਸਰਕਾਰ ਨਾਲ ਸਾਡੀ, ਅਸੀਂ ਬਾਕੀ ਬੰਦੇ ਉਹ ਸਾਨੂੰ ਦੇਣ ਨਾ ਪੈਸੇ, ਮੇਰੇ ਕੋਲੇ ਇੰਨੇ ਪੈਸੇ ਹੈ ਨਾ ਕਿ ਮੈਂ ਉਹ ਕੰਮ ਨੂੰ ਸ਼ੁਰੂ ਕਰ ਪਾਵਾਂ। ਇਹ ਬੜੀ ਮੁਸੀਬਤ ਮੇਰੇ ਲਈ ਹੋਵੇ। ਦਿਨੋਂ ਦਿਨ ਜਿਵੇਂ ਇੱਕ ਔਰਤ ਮਾਂ ਬਣਦੀ ਹੁੰਦੀ, ਉਹਦਾ ਰੰਗ ਕਾਲਾ ਹੋਣ ਲੱਗ ਨਾ ਦਿਨੋਂ ਦਿਨ, ਕਿਉਂਕਿ ਮਾਂ ਬਣਨਾ, ਉਵੇਂ ਮੇਰਾ ਰੰਗ ਦਿਨੋਂ ਦਿਨ ਕਾਲਾ ਹੁੰਦਾ ਜਾਵੇ। ਮੇਰੀ ਮਾਂ ਕਹਿੰਦੀ ਤੇਰਾ ਰੰਗ ਕਾਲਾ ਹੁੰਦਾ ਜਾਂਦਾ, ਕੀ ਲੈਣਾ ਪਏ ਸੀਵਰੇਜ ਤੋਂ, ਛੱਡ ਖੜਾ। ਮੈਂ ਕਿਹਾ ਮਾਂ, ਮੈਂ ਇੱਕ ਆਕਾਸ਼ ਨੂੰ ਜਨਮ ਦੇ ਰਿਹਾ, ਉਹਦੇ ਕਰਕੇ ਮੇਰਾ ਰੱਬ ਮੈਨੂੰ ਤਿਆਰ ਕਰ ਰਿਹਾ ਇਸ ਗੱਲ ਨੂੰ। ਪਰ ਮੈਨੂੰ ਬੜੀ ਖੁਸ਼ੀ ਆ ਕਿ ਤੁਸੀਂ ਹੈਰਾਨ ਹੋਵੋਗੇ, ਅੱਜ ਸ਼ਾਇਦ ਆਸਤਕ ਬੰਦਿਆਂ ਨੂੰ ਇਹ ਗੱਲ ਮੇਰੀ ਹਾਜ਼ਮ ਆਵੇ, ਕਿਉਂਕਿ ਨਾਸਤਕ ਬੰਦਿਆਂ ਨੂੰ ਸ਼ਾਇਦ ਨਾ ਆਵੇ। ਕਿਉਂਕਿ ਜਿਸ ਦਿਨ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਉਸ ਦਿਨ ਮੇਰੇ ਕੋਲੇ 500 ਰੁਪਈਆ ਵੀ ਹੈ ਨਹੀਂ ਸੀ, 500 ਰੁਪਈਆ ਵੀ ਹੈ ਨਹੀਂ ਸੀ। ਤੇ ਪਰ ਜਿੱਦਣ ਅਸੀਂ ਇਹ ਕੰਮ ਸ਼ੁਰੂ ਕਰਨਾ ਸੀ, ਉਸ ਰਾਤ ਤੋਂ ਇੱਕ ਦਿਨ ਪਹਿਲਾਂ ਮੈਂ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਸੱਚੀ ਸਰਕਾਰ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਉੱਥੇ ਪੇਸ਼ ਹੋਇਆ, ਉੱਥੇ ਨਤਮਸਤਕ ਹੋਇਆ, ਉਹਦੇ ਅੱਗੇ ਝੋਲੀ ਅੱਡੀ ਕਿ ਸਾਡਾ ਗੱਡਾ ਜਿਹੜਾ ਖੁੱਭ ਚੁੱਕਿਆ ਮਹਾਰਾਜ, ਹੁਣ ਤੇਰੇ ਤੋਂ ਵੱਡੀ ਕੋਈ ਸਰਕਾਰ ਨਹੀਂ, ਤੂੰ ਸੁੱਚੀ ਸਰਕਾਰ ਆ, ਵੱਡੀ ਸਰਕਾਰ ਆ, ਮੇਰੀ ਟੇਕ ਤੇਰੇ ਤੇ ਹੀ ਆ, ਹੁਣ ਤੂੰ ਸਾਡਾ ਗੱਡਾ ਖੁੱਭਿਆ ਕੱਢ। ਹੁਣ ਬਸ ਮੇਰੀ ਨਾ ਕੋਈ ਹੋਰ ਸਰਕਾਰ ਆ, ਨਾ ਮੈਨੂੰ ਹੋਰ ਕਿਸੇ ਪਾਸੋਂ ਆਸ ਆ, ਤੂੰ ਹੀ ਕੋਈ ਕਰਾਮਾਤ ਕਰ। ਤੇ ਵਾਕਈ ਮੈਂ ਸਮਝਦਾ ਕਿ ਜਦੋਂ ਅਸੀਂ ਰਾਤ ਉੱਥੇ ਰਹੇ, ਸੁਬਾਹ ਅਰਦਾਸ ਕਰਕੇ ਦੁਆ ਕਰਕੇ ਗੁਰੂ ਰਾਮਦਾਸ ਦੇ ਉੱਥੋਂ ਤੁਰੇ ਸੀ, ਹਜੇ ਰਸਤੇ 'ਚ ਹੀ ਆਇਆ ਸੀ, ਇੱਕ ਦਾਨੀ ਬੰਦੇ ਦਾ ਮੈਨੂੰ ਫੋਨ ਆਇਆ, ਜਿਹਨੂੰ ਮੈਂ ਜਾਣਦਾ ਵੀ ਨਹੀਂ ਸੀ, ਕਦੇ ਆਪਦੇ ਜੀਵਨ 'ਚ ਮਿਲਿਆ ਵੀ ਨਹੀਂ ਸੀ। ਉਹ ਮੈਨੂੰ ਕਹਿੰਦਾ ਮੈਂ 5 ਲੱਖ ਰੁਪਈਆ, ਮੈਂ 5 ਲੱਖ ਰੁਪਈਆ ਤੁਹਾਡੇ ਘਰੇ ਫੜਾ ਚੱਲਿਆ। ਦੇਖੋ, ਉਹ ਬੰਦੇ ਨੂੰ ਮੈਂ ਕਦੇ ਮਿਲਿਆ ਵੀ ਨਹੀਂ ਸੀ, ਔਰ ਮੇਰੇ ਕੋਲੇ 500 ਰੁਪਈਆ ਸੀਵਰੇਜ ਪਾਉਣ ਨੂੰ ਵੀ ਹੈ ਨਹੀਂ ਸੀਗਾ, ਤੇ ਉਹਨੇ ਮੈਨੂੰ 5 ਲੱਖ ਰੁਪਈਆ ਮੈਨੂੰ ਦੇ ਕੇ ਗਿਆ। ਔਰ ਮੈਨੂੰ ਫੋਨ ਕੀਤਾ, ਤੇ ਮੈਨੂੰ ਖੁਸ਼ੀ ਇਸ ਗੱਲ ਦੀ ਆ ਕਿ 5 ਲੱਖ ਰੁਪਈਆ ਉਹਨੇ ਫਿਰ ਉਹ ਤੋਂ ਬਾਅਦ ਭੇਜਿਆ। ਔਰ ਦੇਖੋ, ਇਹੋ ਜਿਹੇ ਗੁਪਤ ਦਾਨੀ ਜਿਹੜੇ 10-10 ਲੱਖ ਰੁਪਈਆ ਜਿਨ੍ਹਾਂ ਨੇ ਮੈਨੂੰ ਦਾਨ ਦਿੱਤਾ। ਔਰ ਮੈਂ ਸਮਝਦਾ ਕਿ ਉਹੋ ਜਿਹੇ ਦਾਨੀਆਂ ਕਰਕੇ, ਮੇਰੇ ਪਿੰਡ ਦੇ ਰੱਬ ਵਰਗੇ ਲੋਕਾਂ ਕਰਕੇ, ਜਿਨ੍ਹਾਂ ਨੇ, ਉਹ ਵਿਦੇਸ਼ਾਂ ਵਿੱਚ ਬੈਠੇ ਆ, ਉਹ ਪ੍ਰਦੇਸ਼ਾਂ ਵਿੱਚ ਬੈਠੇ, ਉਹ ਪਿੰਡ ਵਿੱਚ ਬੈਠੇ ਆ, ਕਿਸਾਨ ਹਲ ਵਾਹੁਣ ਵਾਲੇ, ਉਹ ਮਜ਼ਦੂਰ ਹੋਣ, ਉਹਨਾਂ ਨੇ ਫਿਰ ਦਿਲ ਖੋਲ੍ਹ ਕੇ ਦਾਨ ਕੀਤਾ। ਜਦੋਂ ਅਸੀਂ ਕੰਮ ਸ਼ੁਰੂ ਕਰ ਲਿਆ, ਫਿਰ ਕਿਸੇ ਨੇ ਲੱਖ, ਕਿਸੇ ਨੇ 5 ਲੱਖ, ਕਿਸੇ ਨੇ 2 ਲੱਖ, ਜਿੰਨੀ ਕਿਸੇ 'ਚ ਸਮਰੱਥਾ ਸੀ ਮੇਰੇ ਪਿੰਡ ਦੇ ਰੱਬ ਵਰਗੇ ਦਾਨੀਆਂ ਨੇ, ਫਿਰ
ਉਹ ਕੰਮ ਸ਼ੁਰੂ ਕਰ ਲਿਆ। ਫਿਰ ਸਾਡਾ ਇਹ ਕੰਮ ਜੱਗ ਬਣ ਗਿਆ ਸੀ, ਜਿਵੇਂ ਲੋਕ ਜੱਗ ਦੇ ਵਿੱਚ ਹਿੱਸਾ ਪਾਉਂਦੇ ਆ, ਉਵੇਂ ਸੀਵਰੇਜ ਦੇ ਵਿੱਚ ਸਾਡੇ ਲੋਕ ਫਿਰ ਆਪਣੀ ਤਿਲ ਫੁੱਲ ਪਵਿੱਤਰ ਕਮਾਈ ਦਾ ਜਿਹੜਾ ਤਿਲ ਫੁੱਲ ਪਾਉਂਦੇ ਸੀਗੇ, ਜਿਹਦੇ ਕਰਕੇ ਸਾਡੇ ਪਿੰਡ ਦਾ ਜਿਹੜਾ ਸੀਵਰੇਜ ਦਾ ਕੰਮ ਨੇਪੜੇ ਚੜਿਆ। ਕੀ ਬਾਤ ਹੈ ਜੀ, ਬਹੁਤ ਵਧੀਆ। ਗੁਰੂ ਰਾਮਦਾਸ ਦੇ ਘਰ ਤਾਂ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਸੋ ਵਾਹਿਗੁਰੂ ਨੇ ਤੁਹਾਡੀ ਵੀ ਸੁਣੀ, ਕਿਉਂਕਿ ਨੀਅਤ ਸਾਫ਼ ਹੋਵੇ ਨਾ ਤਾਂ ਆਪਣੇ ਆਪ ਸਾਰੇ ਰਸਤੇ ਖੁੱਲ੍ਹਦੇ ਜਾਂਦੇ ਨੇ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਕਿ ਤੁਸੀਂ ਇੱਕ ਪਿੰਡ ਦਾ ਛੱਪੜ ਹੋਇਆ ਕਰਦਾ ਸੀ, ਜਿਸ ਨੂੰ ਅੱਜ ਤੁਸੀਂ ਬੜੀ ਖੂਬਸੂਰਤ ਝੀਲ ਬਣਾ ਦਿੱਤਾ ਹੈ। ਉੱਥੇ ਬਤਕਾਂ ਵੀ ਤੁਸੀਂ ਲਿਆਂਦੀਆਂ ਨੇ। ਸੋ ਲੋਕ ਇੱਥੇ ਜਿਸ ਪਾਰਕ 'ਚ ਅਸੀਂ ਬੈਠ ਕੇ ਇੰਟਰਵਿਊ ਕਰ ਰਹੇ ਹਾਂ, ਇਹ ਪਾਰਕ ਵੀ ਬਹੁਤ ਖੂਬਸੂਰਤ ਹੈ। ਤਸਵੀਰਾਂ ਤੁਸੀਂ ਨਾਲ ਨਾਲ ਮੇਰੇ ਦੇਖੀ ਜਾਣੀਆਂ ਨੇ। ਇਹ ਵੀ ਪਾਰਕ ਇਹਨਾਂ ਵੱਲੋਂ ਤਿਆਰ ਕੀਤੀ ਗਈ ਕਿ ਪੰਚਾਇਤੀ ਜ਼ਮੀਨ ਹੋਇਆ ਕਰਦੀ ਸੀ, ਉਹਦੇ ਉੱਪਰ ਜਿਹੜੀ ਪਾਰਕ ਬਣਾਈ ਗਈ ਹੈ। ਤੇ ਨਾਲ ਦੀ ਨਾਲ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਹਰ ਇੱਕ ਖੂਬਸੂਰਤ ਨਜ਼ਾਰਾ ਵੀ ਹੈ। ਇਸਨੂੰ ਦੇਖ ਕੇ ਜਦੋਂ ਅਸੀਂ ਸਵੇਰੇ ਉੱਠ ਕੇ ਇੱਥੇ ਆਉਂਦੇ ਹਾਂ, ਸੈਰ ਕਰਦੇ ਹਾਂ, ਤਾਂ ਸਾਨੂੰ ਪਹਿਲਾਂ ਜਿੱਥੇ ਆਬੋ ਹਵਾ ਜਿਹੜੀ ਸਾਫ਼ ਚਾਹੀਦੀ, ਉੱਥੇ ਆਲੇ ਦੁਆਲੇ ਦੀ ਜੋ ਰੌਣਕ ਦੇਖੀਏ ਤਾਂ ਉਹ ਵੀ ਸਾਡੇ ਮਨ ਨੂੰ ਮੋਹ ਲੈਂਦੀ ਹੈ। ਤੇ ਸਾਡੀ ਜਿਹੜੀ ਸਰੀਰ ਨੂੰ ਕੋਈ ਬਿਮਾਰੀ ਹੁੰਦੀ ਹੈ, ਤੇ ਇਸ ਨੂੰ ਦੇਖ ਕੇ ਸਾਫ਼ ਦੂਰ ਹੋ ਜਾਂਦੀ ਹੈ। ਤੇ ਨਾਲ ਜੇਕਰ ਮੈਂ ਗੱਲ ਕਰਾਂ, ਪਿੱਛੇ ਤੁਹਾਡੇ ਜਿਹੜੀ ਅਸੀਂ ਝੀਲ ਦੇਖੀ ਹੈ ਬਣੀ ਹੋਈ ਹੈ, ਉਹਦਾ ਪਾਣੀ ਕਿੱਥੇ ਵਰਤਿਆ ਜਾ ਰਿਹਾ? ਅਸਲ ਜੀ ਸਾਡੇ ਪਿੰਡ ਦਾ ਪੁਰਾਣਾ ਛੱਪੜ ਸੀਗਾ, ਜਿਹੜਾ ਗੰਦਾ ਹੋ ਚੁੱਕਿਆ ਸੀ, ਜਿਹਨੂੰ ਗੰਦਾ ਵੀ ਅਸੀਂ ਕੀਤਾ ਸੀ। ਤੇ ਅੱਜ ਖੁਸ਼ੀ ਹੈ ਕਿ ਅਸੀਂ ਉਹਨੂੰ ਝੀਲ ਦਾ ਰੂਪ ਵੀ ਅਸੀਂ ਦਿੱਤਾ ਆਪਣੇ ਹੱਥੋਂ ਹੀ। ਅਸੀਂ ਉਹ ਗੰਦਾ ਛੱਪੜ ਜਿਹੜਾ ਓਵਰਫਲੋ ਹੋ ਕੇ ਸਾਡੇ ਸੜਕਾਂ ਉੱਪਰ ਆਉਂਦਾ ਸੀ, ਰਸਤਿਆਂ ਉੱਪਰ ਆ ਜਾਂਦਾ ਸੀ, ਜਿਹਦੇ ਨਾਲ ਬਦਬੂ ਮਾਰਦੀ ਸੀ, ਬਿਮਾਰੀਆਂ ਫੈਲਦੀਆਂ ਸੀ। ਅਸੀਂ ਉਹਨੂੰ ਇੱਕ ਸੁੰਦਰ ਝੀਲ ਦਾ ਰੂਪ ਦੇਣ ਲਈ 2013 ਤੋਂ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਜਿਹੜੀ ਹਜੇ ਤੱਕ ਅਸੀਂ ਜਿਹਦਾ 95% ਜਿਹੜਾ ਕੰਮ ਅਸੀਂ ਕੰਪਲੀਟ ਕਰ ਚੁੱਕੇ ਹਾਂ। ਆਉਣ ਵਾਲੇ ਸਮੇਂ 'ਚ ਕੰਟੀਨ, ਲਾਇਬ੍ਰੇਰੀ ਦਾ ਜਿਹੜਾ ਇੱਥੇ ਅਸੀਂ ਨਿਰਮਾਣ ਕਰਨ ਜਾ ਰਹੇ ਹਾਂ। ਔਰ ਇਹਦੇ ਵਿੱਚ ਇਕੱਲਾ ਰੇਨ ਵਾਟਰ, ਮੀਂਹ ਦਾ ਪਾਣੀ ਅਸੀਂ ਸਟੋਰ ਕਰਦੇ ਹਾਂ, ਔਰ ਇਹ ਪਾਣੀ ਦੇ ਨਾਲ ਅਸੀਂ ਜਾਣੀ ਖੇਤੀ ਵੀ ਕਰਦੇ ਹਾਂ। ਔਰ ਇਸੇ ਤਰ੍ਹਾਂ ਇਹਦੇ ਨਾਲ ਅਸੀਂ ਇਹਨੂੰ ਡਿਵਾਈਡ ਕਰਕੇ ਛੱਪੜ ਨੂੰ ਇੱਕ ਪਾਸੇ ਟਰੀਟਮੈਂਟ ਪਲਾਂਟ ਲਾਇਆ, ਜਿੱਥੇ ਸੀਵਰੇਜ ਦਾ ਸਾਰਾ ਪਾਣੀ ਉੱਥੇ ਇਕੱਠਾ ਹੁੰਦਾ, ਔਰ ਨਸੀਂਹ ਕਲਾਂ ਦੀ ਬੂੰਦ ਬੂੰਦ ਟਰੀਟ ਹੁੰਦੀ ਆ, ਤੇ ਬੂੰਦ ਬੂੰਦ ਦੀ 100 ਏਕੜ ਖੇਤੀ ਕਰਨ ਲਈ ਵਰਤੀ ਜਾਂਦੀ ਹੈ, ਜਿਹੜੀ ਸਭ ਤੋਂ ਵੱਡੀ ਗੱਲ ਆ, ਵਿਸ਼ੇਸ਼ ਗੱਲ ਆ ਕਿ ਅੱਜ ਨਸੀਂਹ ਕਲਾਂ ਦੀ ਬੂੰਦ ਬੂੰਦ ਸਾਫ਼ ਹੋਣ ਤੋਂ ਬਾਅਦ ਬੂੰਦ ਬੂੰਦ ਦੀ ਖੇਤੀ ਲਈ ਵਰਤੀ ਜਾਂਦੀ ਹੈ। ਇਹ ਮੈਂ ਸਮਝਦਾ ਕਿ ਬਹੁਤ ਵੱਡਾ ਸਾਡਾ ਪਾਣੀ ਨੂੰ ਬਚਾਉਣ ਲਈ ਇੱਕ ਸਾਡਾ ਕਦਮ ਆ, ਕਿਉਂਕਿ ਜੇ ਜਲ ਹੈ ਤਾਂ ਕੱਲ੍ਹ ਹੈ। ਇਸ ਕਰਕੇ ਸਾਨੂੰ ਪਾਣੀ ਦੀ ਬੂੰਦ ਬੂੰਦ ਸਾਨੂੰ ਬਚਾਉਣੀ ਚਾਹੀਦੀ ਆ। ਰਣਸੀਂਹ ਕਲਾਂ ਪਾਣੀ ਦੀ ਬੂੰਦ ਬੂੰਦ ਨੂੰ ਬਚਾਉਣ ਵਾਲਾ ਪਿੰਡ ਆ, ਔਰ ਨਿੱਕੇ ਨਿੱਕੀਆਂ ਟਿਪਸਾਂ ਦੇ ਰਾਹੀਂ ਇਹ ਪਾਣੀ ਨੂੰ ਬਚਾਉਂਦਾ। ਜਿਵੇਂ ਅਸੀਂ RO ਫਿਲਟਰ ਲੱਗਿਆ, ਜਿਨ੍ਹਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਘਰੇ AC ਲੱਗਿਆ ਹੋਇਆ, ਜਾਂ ਜਿਨ੍ਹਾਂ ਦੇ ਘਰੇ ਜ਼ਿਆਦਾ ਮਹਿਮਾਨ ਆਉਂਦੇ ਆ, ਅਸੀਂ ਉਹਨਾਂ ਦਾ ਪਾਣੀ, ਜੂਠਾ ਪਾਣੀ ਵੀ ਸਟੋਰ ਕਰਦੇ ਹਾਂ, RO ਫਿਲਟਰ ਦਾ ਪਾਣੀ ਵੀ ਸਟੋਰ ਕਰਦੇ ਹਾਂ, AC ਦੁਆਰਾ ਵਾਧੂ ਕੱਢਿਆ ਗਿਆ ਪਾਣੀ ਵੀ ਸਟੋਰ ਕਰਦੇ ਹਾਂ। ਉਹ ਪਾਣੀ ਅਸੀਂ ਰੋਜ਼ਮर्रा ਦੇ ਜੀਵਨ ਵਿੱਚ ਵਰਤਦੇ ਹਾਂ। ਜਿਵੇਂ ਆਪਣੇ ਘਰੇ ਪੌਦਿਆਂ ਨੂੰ ਪਾਣੀ ਪਾਉਣ ਦਾ, ਫੁਲਵਾੜੀ ਨੂੰ ਪਾਣੀ ਪਾ ਸਕਦੇ ਹਾਂ, ਅਸੀਂ ਪੋਚੇ ਲਾ ਸਕਦੇ ਹਾਂ, ਆਪਣੇ ਘਰੇ ਮੋਟਰਸਾਈਕਲ, ਕਾਰਾਂ ਨੂੰ ਵਾਸ਼ ਕਰ ਸਕਦੇ ਹਾਂ, ਕੱਪੜੇ ਧੋ ਸਕਦੇ ਹਾਂ। ਇਸ ਤਰ੍ਹਾਂ ਨਿੱਕੀ ਨਿੱਕੀ ਗੱਲ 'ਤੇ ਅਸੀਂ ਰਣਸੀਂਹ ਕਲਾਂ ਜਿਹੜਾ ਧਿਆਨ ਦੇ ਰਿਹਾ, ਜਿਹਦੇ ਕਰਕੇ ਅੱਜ ਪਾਣੀ ਨੂੰ ਸੇਫ ਕਰਨ ਵਾਲਾ, ਪਾਣੀ ਨੂੰ ਬਚਾਉਣ ਵਾਲਾ ਪਿੰਡ ਬਣਿਆ ਰਣਸੀਂਹ ਕਲਾਂ। ਜਿਸ ਤਰ੍ਹਾਂ ਗੱਲ ਕੀਤੀ ਹੈ ਤੁਸੀਂ ਕਿ ਤੁਸੀਂ ਪਹਿਲਾਂ ਸਰਕਾਰਾਂ ਦੀ ਗ੍ਰਾਂਟ ਤੋਂ ਬੇਰੁਖੀ ਦਾ ਸ਼ਿਕਾਰ ਤਾਂ ਜ਼ਰੂਰ ਹੋਏ ਹੋ। ਹੁਣ ਜਦੋਂ ਤੁਹਾਨੂੰ ਇਸ ਪਿੰਡ ਨੂੰ 2 ਵਾਰ ਰਾਸ਼ਟਰੀ ਅਵਾਰਡ ਵੀ ਮਿਲਿਆ, ਰਣਸੀਂਹ ਕਲਾਂ ਦਾ ਨਾਮ ਹਮੇਸ਼ਾ ਅਖਬਾਰਾਂ ਦੀਆਂ ਸੁਰਖੀਆਂ 'ਤੇ ਰਹਿੰਦਾ ਹੈ, TV ਚੈਨਲਾਂ 'ਤੇ ਤੁਸੀਂ ਬਹੁਤ ਧਮਾਕੇਦਾਰ ਸਪੀਚ ਵੀ ਦਿੰਦੇ ਰਹਿੰਦੇ ਹੋ, ਕਿ ਤੁਹਾਡੀ ਜਿਹੜੀ ਆਵਾਜ਼ ਹੈ, ਤੁਹਾਡੇ ਪਿੰਡ ਦਾ ਜਿਹੜਾ ਨਕਸ਼ਾ ਹੈ, ਉਹ ਅਵਾਰਡ ਤੱਕ ਹੀ ਸੀਮਿਤ ਰਹਿ ਗਿਆ, ਜਾਂ ਫਿਰ ਕੋਈ ਤਾਂ ਸਰਕਾਰ ਦਾ, ਜਿਹੜੀ ਹੁਣ ਸਰਕਾਰ ਕਾਂਗਰਸ ਦੀ ਸਰਕਾਰ ਹੈ, ਇਹਨਾਂ ਵਿੱਚੋਂ ਕੋਈ ਆਇਆ ਜਿਹਨੇ ਆ ਕੇ ਸ਼ਾਬਾਸ਼ ਦਿੱਤੀ ਹੋਵੇ ਕਿ ਵਾਕਈ ਮਿੰਟੂ ਤੂੰ ਬਹੁਤ ਸੋਹਣਾ ਕੰਮ ਕੀਤਾ ਐਂਡ ਪਿੰਡ ਦਾ ਨਾਮ ਜਿਹੜਾ ਚਮਕਾਇਆ? ਬਿਲਕੁਲ ਨਹੀਂ ਜੀ, ਹਜੇ ਤੱਕ ਸਾਡੇ ਕੋਲੇ ਕੋਈ ਵੀ ਸਰਕਾਰ ਦਾ ਇਹੋ ਜਿਹਾ ਨੁਮਾਇੰਦਾ ਨਹੀਂ ਆਇਆ ਰਣਸੀਂਹ ਕਲਾਂ, ਕਿਉਂਕਿ ਉਹ ਆ ਕੇ ਉਹਨੇ ਸਾਨੂੰ ਸ਼ਾਬਾਸ਼ੀ ਦਿੱਤੀ ਹੋਵੇ। ਅਸੀਂ ਮਾਣ ਦੇ, ਪੰਜਾਬ ਦੇ ਲੋਕ ਮਾਣ ਦੇ ਭੁੱਖੇ ਹੈ, ਇਸ ਕਰਕੇ ਸਾਨੂੰ ਮਾਇਆ ਦੀ ਭੁੱਖ ਨਹੀਂ। ਸਾਨੂੰ ਦੁੱਖ ਇਸ ਗੱਲ ਦਾ ਵੀ ਸਾਡੇ ਨਾਲ ਬੇਰੁਖੀ ਤਾਂ ਹੁੰਦੀ ਰਹੀ, ਪਰ ਸਾਨੂੰ ਸ਼ਾਬਾਸ਼ ਦੇਣ ਵੀ ਕੋਈ ਇਹੋ ਜਿਹਾ ਹਜੇ ਤੱਕ ਕੋਈ ਸਰਕਾਰ ਦਾ ਕੋਈ ਨੁਮਾਇੰਦਾ, ਕੋਈ ਮੰਤਰੀ, ਕੋਈ ਸੰਤਰੀ ਸਾਡੇ ਰਣਸੀਂਹ ਕਲਾਂ ਵਿੱਚ ਨਹੀਂ ਆਇਆ। ਸਗੋਂ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਮੋਗੇ ਦੇ DC ਸਾਹਿਬ ਹੋਣੀ ਬਕਾਇਦਾ, ADC ਸਾਹਿਬ ਹੋਣੀ ਬਕਾਇਦਾ, ਸਾਡੇ SDM ਸਾਹਿਬ ਜਿਹੜੇ ਉਹ ਬਕਾਇਦਾ ਸਮੇਂ-ਸਮੇਂ ਸਿਰ ਇੱਥੇ ਆਉਂਦੇ ਰਹਿੰਦੇ ਆ, ਮੇਰੇ ਨਾਲ ਰਿਆਂ ਮਸ਼ਵਰਾ ਕਰਦੇ ਰਹਿੰਦੇ ਆ ਕਿ ਕਿਸ ਢੰਗ ਨਾਲ ਅੱਗੇ ਹੋਰ ਜਿਹੜਾ ਆਪਣੇ ਪਿੰਡ ਰਣਸੀਂਹ ਕਲਾਂ ਨੂੰ ਡਿਵੈਲਪ ਕਰਨਾ। ਤੇ ਸਾਨੂੰ ਦੁੱਖ ਆ ਕਿ ਸਰਕਾਰਾਂ, ਮੈਂ ਤੁਹਾਨੂੰ ਪਹਿਲੇ ਕਹਿ ਕੇ ਹਟਾਂ, ਕਿ ਨਹੀਂ ਚਾਹੁੰਦੀਆਂ ਕਿ ਕੋਈ ਲੋਕ ਆਪਣਾ ਵਿਕਾਸ ਕਰਨ, ਉਹ ਗੰਦਗੀ ਦੇ ਵਿੱਚੋਂ ਨਿਕਲ ਕੇ ਆਪਣੇ ਪਿੰਡਾਂ ਨੂੰ ਸਵਾਰਨ, ਉਹਨਾਂ ਦੀ ਸੋਚ ਵੱਖਰੀ ਬਣੇ, ਉਹਨਾਂ ਦੀ ਸੋਚ ਡਿਵੈਲਪ ਹੋਵੇ, ਉਹ ਸੁਤੰਤਰ ਹੋ ਜਾਣ। ਸਰਕਾਰਾਂ ਕਦੇ ਵੀ ਨਹੀਂ ਚਾਹੁੰਦੀਆਂ। ਮੈਂ ਚਾਹੁੰਦਾ ਕਿ ਰਣਸੀਂਹ ਕਲਾਂ ਇੱਕ ਸਰਕਾਰਾਂ ਤੋਂ ਉਲਟ ਚੱਲਣ ਵਾਲਾ ਪਿੰਡ ਰਣਸੀਂਹ ਕਲਾਂ, ਇਹ ਸਰਕਾਰਾਂ ਨੂੰ ਦੱਸਣ ਵਾਲਾ ਪਿੰਡ ਆ ਕਿ ਰਣਸੀਂਹ ਕਲਾਂ ਵੀ ਇੱਕ ਇਹ ਸਰਕਾਰ ਹੈ ਕਿ ਜਿਹੜੀ ਤੁਹਾਡੇ ਤੋਂ ਬਿਨਾਂ ਇੱਕ ਇਹੋ ਜਿਹੇ ਕੰਮ ਕਰ ਸਕਦੀ ਆ। ਅਸੀਂ ਸਰਕਾਰਾਂ ਦੇ ਪੈਸੇ ਨੂੰ ਠੋਕਰਾਂ ਮਾਰਦੇ ਹਾਂ, ਕਿਉਂਕਿ ਮੇਰੀ ਸਰਕਾਰ ਮੇਰੇ ਪਿੰਡ ਦੇ ਰੱਬ ਵਰਗੇ ਲੋਕ ਆ, ਮੇਰੀ ਬੈਂਕ ਮੇਰੇ ਪਿੰਡ ਦੇ ਲੋਕ ਆ, ਜਿਨ੍ਹਾਂ ਕਰਕੇ ਅਸੀਂ ਇਹੋ ਜਿਹੇ ਨਵੇਕਲੇ ਕੰਮ ਕਰਦੇ ਹਾਂ। ਅਤੇ ਮੇਰੇ ਰੱਬ ਵਰਗੇ ਲੋਕ ਜਿਉਂਦੇ ਰਹਿਣ, ਅਸੀਂ ਸਰਕਾਰਾਂ ਤੋਂ ਕੀ ਲੈਣਾ। ਮੇਰੀ ਸਰਕਾਰ
ਇਹ ਜਿਉਂਦੀ ਰਹੇ। ਜੀ ਬਿਲਕੁਲ ਜੀ। ਵਾਕਈ ਇੱਕ ਸੱਚ ਹੈ ਕਿ ਹੁਣ ਵੇਖਿਓ ਚੋਣਾਂ ਆਉਣ ਵਾਲੀਆਂ ਨੇ ਤੇ ਵੱਡੇ ਵੱਡੇ ਲੁਭਾਵਣੇ ਵਾਅਦੇ ਵੀ ਹੋਣਗੇ ਕਿ ਅਸੀਂ ਦੇਸ਼ ਦਾ, ਪੰਜਾਬ ਦਾ ਇਹ ਵਿਕਾਸ ਕਰਾਵਾਂਗੇ। ਢੰਡੋਰੇ ਜ਼ਰੂਰ ਪਿੱਟੇ ਜਾਣਗੇ ਪਰ ਉਹ ਫਿਰ ਵੀ ਜਿਹੜੇ ਵਾਅਦੇ ਨੇ ਉਹ ਦਾਅਵੇ ਬਣ ਕੇ ਜ਼ਰੂਰ ਰਹਿ ਜਾਣਗੇ। ਸੋ ਸੋਚ ਸਮਝ ਕੇ ਵੋਟ ਦੇਣੀ ਜ਼ਰੂਰ ਬਣਦੀ ਹੈ। ਅਸੀਂ ਜਿੱਥੋਂ ਸ਼ੁਰੂਆਤ ਕੀਤੀ ਸੀ ਇੰਟਰਵਿਊ ਦੀ, ਇੱਕ ਵਾਰ ਫਿਰ ਤੋਂ ਉੱਥੇ ਆਵਾਂਗੇ। ਜਿੱਦਾਂ ਪਰਾਲੀ ਸਾੜਨ ਦੀ ਗੱਲ ਹੋਈ ਸੀ ਤਾਂ ਜਿਸ ਤਰ੍ਹਾਂ ਤੁਹਾਡੇ ਪਿੰਡ ਨੇ ਤਾਂ ਪੂਰਾ ਸਹਿਯੋਗ ਦਿੱਤਾ, ਲਾਗਲੇ ਪਿੰਡਾਂ ਦੇ ਵਿੱਚ ਵੀ ਤੁਹਾਡੀ ਆਵਾਜ਼ ਜ਼ਰੂਰ ਪਹੁੰਚੀ ਹੋਣੀ ਆ ਕਿ ਉੱਥੇ ਪਰਾਲੀ ਦਾ ਧੂੰਆਂ ਉੱਠਿਆ ਕਿ ਉਹਨਾਂ ਨੇ ਵੀ ਕਿਹਾ ਕਿ ਅਸੀਂ ਵੀ ਪਰਾਲੀ ਨਹੀਂ ਸਾੜਾਂਗੇ। ਬਿਲਕੁਲ ਜੀ। ਜਦੋਂ ਅਸੀਂ ਕੋਈ ਨਿਵੇਕਲਾ ਕੰਮ ਕਰਾਂਗੇ, ਸਮਾਜ ਲਈ ਚੰਗਾ ਕੰਮ ਕਰਾਂਗੇ ਤਾਂ ਉਹਦੀ ਸਾਡੇ ਸਮਾਜ ਦੇ ਵਿੱਚ ਸਲਾਹਨਾ ਵੀ ਹੋਣੀ ਹੁੰਦੀ ਆ ਅਤੇ ਉਹਨੂੰ ਦੇਖ ਕੇ ਦੂਜੇ ਲੋਕ ਹੋਰ ਪ੍ਰੇਰਿਤ ਵੀ ਹੁੰਦੇ ਆ। ਔਰ ਮੈਨੂੰ ਖੁਸ਼ੀ ਆ ਕਿ ਮੇਰੇ ਨਾਲ ਦਾ ਹੀ ਪਿੰਡ ਹੈ, ਇੱਥੋਂ ਮਧੇਕੇ ਪਿੰਡ ਆ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਆ। ਅਤੇ ਉੱਥੇ ਮੇਰੇ ਵੱਡੇ ਵੀਰ ਕੁਲਦੀਪ ਸਿੰਘ ਔਰ ਦਿਲਪ੍ਰੀਤ ਸਿੰਘ ਜਿਹੜੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਇਹ ਜਿਹੜੀ ਮੈਂ ਮੁਹਿੰਮ ਸ਼ੁਰੂ ਕੀਤੀ ਸੀ, ਉਹਨਾਂ ਨੇ ਵੀ ਸਾਡੇ ਤੋਂ ਪ੍ਰਭਾਵਿਤ ਹੋ ਕੇ ਆਪਦੇ ਪਿੰਡ ਦੇ ਵਿੱਚ ਇਹ ਜਿਹੜਾ ਕੰਮ ਸ਼ੁਰੂ ਕੀਤਾ ਕਿ ਜਿਹੜੇ ਕਿਸਾਨ ਅੱਗ ਨਹੀਂ ਲਾਉਣਗੇ ਪਰਾਲੀ ਨੂੰ, ਅਸੀਂ ਉਹਨਾਂ ਦੀ ਮਦਦ ਕਰਾਂਗੇ। ਔਰ ਮੈਨੂੰ ਖੁਸ਼ੀ ਹੈ ਕਿ ਸਾਡੀ ਜਿਹੜੀ ਸਾਡੇ ਰਣਸੀਂਹ ਕਲਾਂ ਵਿੱਚੋਂ ਆਵਾਜ਼ ਉੱਠਦੀ ਹੈ, ਹੌਲੀ 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 ਉਹ ਪੂਰੇ ਸਾਡੇ ਸਮਾਜ ਦੇ ਵਿੱਚ ਆਲੇ ਦੁਆਲੇ ਫੈਲ ਰਹੀ ਆ ਔਰ ਪੂਰੇ ਦੇਸ਼ ਦੇ ਵਿੱਚ ਫੈਲ ਰਹੀ ਹੈ। ਕਿਉਂਕਿ ਜਿਹੜੇ ਕੰਮ ਰਣਸੀਂਹ ਕਲਾਂ ਨੇ ਕੀਤੇ ਆ, ਇਹ ਲੋਕ ਇਹ ਤੋਂ ਸੇਧ ਲੈਂਦੇ ਆ ਕਿ ਰਣਸੀਂਹ ਕਲਾਂ ਜੇ ਇਹ ਕੰਮ ਕਰ ਸਕਦਾ ਤੇ ਆਪਾਂ ਕਿਉਂ ਨਹੀਂ ਕਰ ਸਕਦੇ। ਮੈਨੂੰ ਖੁਸ਼ੀ ਹੁੰਦੀ ਆ ਕਿ ਜਦੋਂ ਮੇਰੇ ਆਲੇ ਦੁਆਲੇ ਦੇ ਪਿੰਡ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਅੱਜ ਡਿਵੈਲਪ ਹੋ ਰਹੇ ਆ, ਜਿਹੜੇ ਆਪਦੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਚੱਲ ਰਹੇ ਆ। ਔਰ ਮੈਨੂੰ ਖੁਸ਼ੀ ਹੈ ਕਿ ਜਿੱਦਣ ਮੇਰੇ ਪਿੰਡ ਦੇ, ਪੰਜਾਬ ਦੇ ਸਾਰੇ ਪਿੰਡ ਮੇਰੇ ਪਿੰਡ ਵਰਗੇ ਸੋਹਣੇ ਤੇ ਮੇਰੇ ਪਿੰਡ ਤੋਂ ਜ਼ਿਆਦਾ ਸੋਹਣੇ ਬਣ ਕੇ ਉੱਭਰਨਗੇ ਤਾਂ ਮੈਨੂੰ ਖੁਸ਼ੀ ਹੋਊਗੀ ਇਸ ਗੱਲ ਦੀ। ਤੁਸੀਂ ਤਾਂ ਕਿਸਾਨਾਂ ਨੂੰ ਹਮੇਸ਼ਾ ਅਪੀਲ ਕਰਦੇ ਆਏ ਹੋ, ਕੀ ਲੱਗਦਾ ਹੈ ਕਿ ਪਰਾਲੀ ਕਦ ਤੱਕ ਸਾੜਨੀ, ਇਹਨੂੰ ਅੱਗ ਲਗਾਉਣੀ ਜਿਹੜੀ ਆ ਨਾੜ ਨੂੰ, ਉਹ ਰੁਕ ਜਾਏਗੀ ਕਿ ਹੁਣ ਅਸੀਂ ਇਹ ਨਾੜ ਨੂੰ ਅੱਗ ਨਹੀਂ ਲਗਾਵਾਂਗੇ? ਕਦ ਤੱਕ ਜਿਹੜਾ ਆ ਇਸ ਤੋਂ ਪਿੱਛਾ ਛੁੱਟੇਗਾ ਤੇ ਕਦ ਤੱਕ ਉਹ ਮਸ਼ੀਨਾਂ ਆ ਜਾਣਗੀਆਂ ਜਿਹਦੇ ਨਾਲ ਸਾਡੀ ਉਪਜਾਊ ਧਰਤੀ ਵੀ ਰਵੇ ਤੇ ਨਾਲ ਦੀ ਨਾਲ ਕਿਸਾਨ ਜਦੋਂ ਵੀ ਫਸਲ ਬੀਜਣ ਅਗੇਤਰੀ ਜਾਂ ਪਿਛੇਤਰੀ ਉਹ ਵਧੀਆ ਹੋਵੇ? ਜਦੋਂ ਸਰਕਾਰਾਂ ਚਾਹਣਗੀਆਂ ਜੀ, ਮੈਂ ਸਮਝਦਾ ਕਿ ਉਦੋਂ ਹੀ ਇਹਦਾ ਖੜਾ ਛੁੱਟ ਸਕਦਾ। ਕਿਉਂਕਿ ਸਾਰੇ ਪਿੰਡ ਤੇ ਸਾਰੀਆਂ ਸਰਕਾਰਾਂ, ਸਾਰੇ ਕਿਸਾਨ ਮੈਂ ਸਮਝਦਾ ਕਿ ਐਡੀਆਂ ਕੋਈ ਵੱਡੀਆਂ ਮਸ਼ੀਨਾਂ ਖਰੀਦ ਨਹੀਂ ਸਕਦੇ, ਕਿਉਂਕਿ ਆਰਥਿਕ ਤੌਰ 'ਤੇ ਬਹੁਤ ਸਾਰੀਆਂ ਜਿਹੜੀਆਂ ਮਜਬੂਰੀਆਂ ਹੁੰਦੀਆਂ ਮੈਂ ਸਮਝਦਾ। ਅਤੇ ਇਹ ਸਰਕਾਰਾਂ ਹੀ ਕਰਨ। ਉਹਨਾਂ ਸਰਕਾਰਾਂ ਨੂੰ ਚਾਹੀਦਾ ਕਿ ਜਦੋਂ ਅਸੀਂ ਆਪਣੀ ਫਸਲ ਵੇਚਦੇ ਹਾਂ ਜਾ ਕੇ ਆਪਦੀ ਮੰਡੀ ਦੇ ਵਿੱਚ, ਸਾਡੀ ਫਸਲ 'ਤੇ ਟੈਕਸ ਕੱਟਿਆ ਜਾਂਦਾ। ਔਰ ਮੇਰਾ ਪਿੰਡ ਰਣਸੀਂਹ ਕਲਾਂ ਹੈ, ਔਰ ਰਣਸੀਂਹ ਕਲਾਂ ਹੀ ਆਪਣੀ ਹਾੜੀ ਸਾਉਣ ਦੀ ਫਸਲ ਦਾ ਮੈਂ ਸਮਝਦਾ ਕਿ ਕਰੋੜ ਤੋਂ ਉੱਪਰ ਜਿਹੜਾ ਟੈਕਸ ਭਰਦਾ ਹੋਊਗਾ। ਤੇ ਇਹਦਾ ਕਰੋੜਾਂ ਰੁਪਏ ਦਾ ਜੁਰਮਾਨਾ ਲਗਾ ਦਿੰਦੇ ਆ। ਹਾਂ ਬਿਲਕੁਲ, ਇਹ ਜੁਰਮਾਨਾ ਤਾਂ ਲਾ ਰਹੇ, ਉਲਟਾ ਸਾਡੇ ਤੋਂ ਟੈਕਸ ਤਾਂ ਲੈ ਰਹੇ ਆ। ਕੱਲੀ ਮੈਂ ਤੁਹਾਨੂੰ ਫਸਲਾਂ ਦੀ ਗੱਲ ਹੀ ਕੀਤੀ ਜਿੱਥੇ ਟੈਕਸ ਕਟਾਉਣੇ ਆ। ਦੂਜੇ ਪਾਸੇ ਅਸੀਂ ਜੁੱਤੀ ਵੀ ਖਰੀਦਦੇ ਹਾਂ, ਉਹ 'ਤੇ ਵੀ ਟੈਕਸ ਦਿੰਦੇ ਹਾਂ। ਅਸੀਂ ਸੂਈ ਵੀ ਖਰੀਦਦੇ ਹਾਂ, ਉਹ 'ਤੇ ਵੀ ਟੈਕਸ ਦਿੰਦੇ ਹਾਂ। ਜੇ ਅਸੀਂ ਪੈਟਰੋਲ ਡੀਜ਼ਲ ਪਵਾਉਣੇ ਆ, ਉਹ 'ਤੇ ਵੀ ਟੈਕਸ ਕਟਾਉਣੇ ਆ। ਅਸੀਂ ਹਰੇਕ ਚੀਜ਼ 'ਤੇ ਬਿਨਾਂ ਸਾਹ ਲੈਣ ਤੋਂ ਮੈਂ ਸਮਝਦਾ ਕਿ ਅੱਜ ਟੈਕਸ ਕਟਾ ਰਹੇ ਹਾਂ। ਇੱਥੋਂ ਤੱਕ ਵੀ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਇਹ ਰਾਹ ਤੇਰੇ ਪਿਓ ਦਾ ਨਹੀਂ, ਅੱਜ ਰਾਹ ਵੀ ਸਾਡੇ ਪਿਓਾਂ ਦੇ ਬਣਦੇ ਜਾਂਦੇ, ਕਿਉਂਕਿ ਉੱਥੇ ਵੀ ਸਾਨੂੰ ਟੈਕਸ ਕਟਾਉਣਾ ਪੈਂਦਾ। ਪਹਿਲਾਂ ਉੱਥੇ ਸਾਨੂੰ ਰੋਡ ਟੈਕਸ ਦੇਣਾ ਪੈਂਦਾ। ਔਰ ਬੜੀ ਬਦਕਿਸਮਤੀ ਆ, ਦੇਖੋ ਜਦੋਂ ਗੱਡੀ ਖਰੀਦਣੀ ਆ ਪਹਿਲਾਂ ਉਦੋਂ ਵੀ ਰੋਡ ਟੈਕਸ ਦਿੱਤਾ ਜਾਂਦਾ, ਫਿਰ ਟੋਲ ਟੈਕਸ ਦਿੱਤਾ ਜਾਂਦਾ। ਦੋ ਟੈਕਸ ਅਸੀਂ ਪੰਜਾਬ ਦੇ ਲੋਕ ਦਿੰਦੇ ਆ। ਪਰ ਸਰਕਾਰਾਂ ਵੱਲੋਂ ਜੇ ਸਾਨੂੰ ਗ੍ਰਾਂਟ ਵੀ ਆਉਂਦੀ ਆ ਨਾ, ਗ੍ਰਾਂਟ ਵੀ ਆਉਂਦੀ ਆ ਅਤੇ ਸਾਨੂੰ 5-10 ਲੱਖ ਦੇ ਕੇ ਸਾਡੇ 'ਤੇ ਕੋਈ ਆਸਾਨ ਕੀਤਾ ਜਾਂਦਾ ਕਿ ਯਾਰ ਅਸੀਂ ਰਣਸੀਂਹ ਕਲਾਂ ਨੂੰ ਜਾਂ ਫਲਾਣੇ ਪਿੰਡ ਨੂੰ 10 ਲੱਖ ਜਾਂ 5 ਲੱਖ ਦੇਤੀ ਕਿ ਅਸੀਂ ਬਹੁਤ ਵੱਡਾ ਆਸਾਨ ਕਰ ਲਿਆ, ਸਾਡਾ ਹੀ ਟੈਕਸ ਸਾਨੂੰ ਉਦੋਂ ਘੱਟ ਦੇ ਰਹੇ ਹਾਂ। ਇਸ ਕਰਕੇ ਸਰਕਾਰਾਂ ਨੂੰ ਜਿੰਨਾ ਅਸੀਂ ਟੈਕਸ ਦਿੰਦੇ ਹਾਂ, ਸਾਨੂੰ ਸਰਕਾਰਾਂ ਉਹਨਾਂ ਸਹੂਲਤਾਂ ਨਹੀਂ ਦਿੰਦੀਆਂ। ਔਰ ਕਿਸਾਨ ਤਾਂ ਬਹੁਤ ਵੱਡਾ ਰੋਲ ਅਦਾ ਕਰਦੇ ਆ ਕਿਸਾਨ ਦੀ ਡਿਵੈਲਪ ਪੰਜਾਬ ਸਰਕਾਰ ਦੇ ਵਿੱਚ ਜਿਹੜਾ ਟੈਕਸ ਦੇਣ ਦੇ ਵਿੱਚ। ਇਸ ਕਰਕੇ ਸਰਕਾਰਾਂ ਨੂੰ ਚਾਹੀਦਾ, ਜਿਹੜਾ ਪੰਜਾਬ ਆ ਖੇਤੀ ਪ੍ਰਧਾਨ ਸੂਬਾ, ਕਿਸਾਨੀ ਪ੍ਰਧਾਨ ਸੂਬਾ, ਇਸ ਕਰਕੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਕਿਸਾਨਾਂ ਦੇ ਕਰਜ਼ੇ ਵੀ ਮਾਫ ਕਰਨੇ ਚਾਹੀਦੇ ਆ। ਕਿਸਾਨਾਂ ਨੂੰ ਹੋਰ ਮਸ਼ੀਨਰੀਆਂ ਵੀ ਮੁਫਤ ਦੇਣੀਆਂ ਚਾਹੀਦੀਆਂ, ਜਿਹਦੇ ਕਰਕੇ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ, ਆਪਣੀ ਧਰਤੀ ਮਾਂ ਨੂੰ ਨਾ ਸਾੜਨ। ਜੀ, ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਆਪਣੇ ਜਿਹੜੇ ਵਿਚਾਰ ਹੈ ਖੁੱਲ੍ਹੇ ਤੌਰ 'ਤੇ ਸਾਡੇ ਨਾਲ ਸਾਂਝਾ ਕੀਤੇ ਨੇ। ਆਸ ਕਰਦੇ ਹਾਂ ਕਿ ਤੁਹਾਡੇ ਤੋਂ ਜਿਹੜੀ ਇੱਕ ਸੇਧ ਲੈ ਕੇ ਬਾਕੀ ਵੀ ਜਿਹੜੇ ਸਰਪੰਚ ਨੇ ਇਸੇ ਰਾਹ 'ਤੇ ਤੁਰਨ ਤੇ ਆਪਣੇ ਪਿੰਡ ਦੀ ਨੁਹਾਰ ਨੂੰ ਜ਼ਰੂਰ ਬਦਲਣ। ਸ਼ੁਕਰੀਆ ਜੀ ਤੁਹਾਡਾ। ਪੰਜਾਬੀ ਦੇ ਬੜੇ ਮਹਾਨ ਕਵੀ ਹੋਏ ਆ ਭਾਈ ਵੀਰ ਸਿੰਘ। ਭਾਈ ਵੀਰ ਸਿੰਘ ਕਹਿੰਦੇ ਕਿ ਵਗਦੇ ਬਹਿੰਦੇ ਪਾਣੀ ਨੂੰ ਦੇਖ ਕੇ ਦਿਲ ਮੇਰਾ ਵਗ ਤੁਰਿਆ, ਸਵਸਥ ਤੇ ਦਿਲ ਸੋਹਣਾ ਦਿਲ ਮੇਰਾ ਉਸ ਪਾਣੀ ਵਿੱਚ ਜਾ ਖੁਰਿਆ। ਕਹਿੰਦਾ ਇਹ ਡਾਢੀ ਪਰਸੀ ਚੀਖ ਸੀ ਉੱਟੀ ਜਦ ਪੱਥਰਾਂ ਨਾਲ ਵੱਜਿਆ। ਕਹਿੰਦਾ ਮੁੜਦੇ ਹੋਏ ਪਾਣੀ ਤੱਕ ਕੇ ਮਾਰੀ ਇੱਕ ਲਲਕਾਰੀ, ਠੋਕਰਾਂ ਬਾਝ ਨਾ ਮੰਜ਼ਿਲ ਮਿਲਦੀ ਦੁੱਖਾਂ ਬਾਝ ਨਾ ਯਾਰੀ, ਠੋਕਰਾਂ ਬਾਝ ਨਾ ਮੰਜ਼ਿਲ ਮਿਲਦੀ ਦੁੱਖਾਂ ਬਾਝ ਨਾ ਯਾਰੀ। ਪੰਜਾਬ ਦੇ ਕਿਸਾਨਾਂ ਨੂੰ ਮੈਂ ਇੱਕੋ ਹੀ ਬੇਨਤੀ ਔਰ ਸੁਨੇਹਾ ਦੇਣਾ ਚਾਹੁੰਦਾ
ਲੜਦੇ ਰਹੋ, ਉਨਾ ਚਿਰ ਲੜਦੇ ਰਹਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ। ਅਸੀਂ ਸਰਕਾਰਾਂ ਨੂੰ ਸਬਕ ਸਿਖਾ ਕੇ ਹਟਾਂਗੇ। ਅਸੀਂ ਪੰਜਾਬ ਦੇ ਲੋਕ ਬਹਾਦਰ ਲੋਕ ਆ, ਕਦੇ ਵੀ ਸਰਕਾਰਾਂ ਦੇ ਮੁਤਾਬਕ ਨਹੀਂ ਚੱਲਦੇ, ਸਰਕਾਰਾਂ ਦੇ ਉਲਟ ਫੈਸਲੇ ਕਰਨ ਵਾਲੇ ਲੋਕ ਆ ਪੰਜਾਬ ਦੇ। ਇਸ ਕਰਕੇ ਆਪਣੀਆਂ ਨਸਲਾਂ ਨੂੰ, ਆਪਣੇ ਪੰਜਾਬ ਨੂੰ ਬਚਾਉਣ ਲਈ ਤੁਸੀਂ ਸੰਘਰਸ਼ ਕਰ ਰਹੇ ਹੋ। ਮੈਂ ਤੁਹਾਨੂੰ ਦੂਰੀ ਯਾਰ ਫੇਰ ਸਲਾਮ ਕਰਦਾ, ਔਰ ਡੇਲੀ ਪੋਸਟ ਪੰਜਾਬੀ ਦਾ ਤਹਿ ਦਿਲੋਂ ਹਾਰਦਿਕ ਮੈਂ ਸਵਾਗਤ ਕਰਦਾ ਕਿ ਜਿਹੜੇ ਅੱਜ ਰਣਸੀਂਹ ਕਲਾਂ ਵਿੱਚ ਸਾਨੂੰ ਇੰਨਾ ਮਾਣ ਤੇ ਸਤਿਕਾਰ ਦੇਣ ਆਏ। ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਇਸ ਸਨ ਸਾਡੇ ਨਾਲ ਇੰਦਰਪਾਲ ਸਿੰਘ, ਪ੍ਰੀਤ ਇੰਦਰਪਾਲ ਸਿੰਘ ਮਿੰਟੂ, ਜਿਨ੍ਹਾਂ ਨੂੰ ਮਿੰਟੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਤੁਸੀਂ ਵੀ ਇਹਨਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਣਗੇ। ਆਸ ਕਰਦੇ ਹਾਂ ਕਿ ਜਿੰਨੇ ਹੋਰ ਸਰਪੰਚ ਨੇ ਇਸੇ ਨਵੀਂ ਪੈੜ ਤੇ, ਇਸ ਨਵੇਂ ਰਾਹ ਤੇ ਜ਼ਰੂਰ ਤੁਰਨ ਤੇ ਆਪਣੇ ਆਪਣੇ ਪਿੰਡਾਂ ਦੀ ਨੁਹਾਰ ਨੂੰ ਬਦਲ ਦੇਣ। ਜਦੋਂ ਵੀ ਪਿੰਡ ਵਿੱਚ ਐਂਟਰ ਹੋਈਏ ਸਾਨੂੰ ਸਾਡੇ ਮੱਥੇ ਰੂੜੀਆਂ ਜਾਂ ਛੱਪੜ ਨਾ ਲੱਗਣ, ਉੱਥੇ ਸਾਨੂੰ ਝੀਲਾਂ ਜਾਂ ਆਲੇ ਦੁਆਲੇ ਫੁੱਲ ਲੱਗੇ ਹੋਏ ਦਿਖਣ ਕਿ ਵਾਕਈ ਅਸੀਂ ਪਿੰਡ ਵਿੱਚ ਆਏ ਹਾਂ ਤੇ ਪੰਜਾਬ ਤਾਂ ਸਭ ਤੋਂ ਅਮੀਰ ਪੰਜਾਬ ਹੈ ਤੇ ਇਹ ਪੰਜਾਬ ਦੇ ਪਿੰਡ ਜਿਹੜੇ ਨੇ ਹੋਰ ਸੋਹਣੇ ਹੋ ਜਾਣ ਤੇ ਪੰਜਾਬ ਦੀ ਜਿਹੜੀ ਨੁਹਾਰ ਹੀ ਬਦਲ ਜਾਵੇ। ਆਸ ਕਰਦੇ ਹਾਂ ਇਸੇ ਆਸ ਨੂੰ ਲੈ ਕੇ ਫਿਰ ਤੋਂ ਹਾਜ਼ਰ ਜ਼ਰੂਰ ਹੋਵਾਂਗੇ। ਹੁਣ ਤੁਹਾਡੇ ਤੋਂ ਅਸੀਂ ਲਵਾਂਗੇ ਆ ਗਿਆ ਸਹਿਯੋਗੀ ਸਾਥੀ ਪਰਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ, ਪਿੰਡ ਰਣਸੀਂਹ ਕਲਾਂ ਤੋਂ। ਸਤਿ ਸ਼੍ਰੀ ਅਕਾਲ।